ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਸਤਿਗੁਰੂ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਦਇਆ ਸਦਕਾ ਆਪ ਸਤ ਸੰਗਤ ਦੀਆਂ ਘੜੀਆਂ ਦਾ ਸੁਖ ਮਾਣਨ ਵਾਸਤੇ महाराज जी दे पावन दरबार विच बड़े उत्साह नाल सजे बैठे हो। श्रीमान संत बाबा करतार सिंह जी खालसा दमदमी टकसाल दे 13वें मुखी महापुरख उन्हां दी बरसी दी याद ये 3 रोजा समागम बहुत आप संगतां ने सच्चे पातशाह जी दे दरबार दे अंदर ये समागम रचे है। उत्साह दे नाल उचेचे तौर ते नौजवानों ने उद्यम कीता ते शस्त्र विद्या दा टूरनामेंट रखिया। अज पहले दिन दियां ਜਿਹੜੀਆਂ ਟੀਮਾਂ ਸਨ ਉਹਨਾਂ ਨੇ ਭਾਗ ਲਏ ਹੈ, ਕਿਉਂਕਿ ਇੱਕ ਦਿਨ ਦਾ ਭਾਵੇਂ ਇਹ ਰੱਖਿਆ ਜਾਂਦਾ ਸੀਗਾ ਤੇ ਦੇਰ ਰਾਤ ਹੋ ਜਾਂਦੀ ਸੀ ਮੈਚ ਕਰਾਉਂਦਿਆਂ ਤੱਕ, ਤੇ ਫਿਰ ਪੁੱਛਦੇ ਸੀ ਨੌਜਵਾਨ ਕਿ ਆਪਾਂ 2 ਦਿਨ ਦਾ ਰੱਖਿਆ ਕਰੀਏ, ਕਿਉਂਕਿ ਕਈ ਵਾਰ ਤਾਂ ਇਹਨਾਂ ਨੂੰ ਖੇਡਦਿਆਂ ਅੰਮ੍ਰਿਤ ਵੇਲੇ ਦੇ 4 ਵੀ ਵੱਜ ਜਾਂਦੇ ਸੀ ਰਾਤ। ਤਾਂ ਫਿਰ ਜਿਹੜੇ ਵੇਖਣ ਆਉਂਦੇ ਆ ਜਾਂ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਆ ਉਹ ਥੱਕ ਜਾਂਦੇ ਸੀ, ਤਾਂ ਸਮੇਂ ਦੇ ਮੁਤਾਬਕ ਹੀ ਸਮਾਪਤੀ ਹੋ ਸਕੇ ਇਸ ਕਰਕੇ ਇਸ ਵਾਰ ਇਹਨਾਂ ਨੇ 2 ਦਿਨ ਦਾ ਇਹ ਜਿਹੜਾ ਹੈ ਟੂਰਨਾਮੈਂਟ ਰੱਖਿਆ। ਇਹ ਟੂਰਨਾਮੈਂਟ ਵੀ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਸਿੰਘਾਂ ਦੀ ਇੱਛਾ ਸੀ ਕਿ ਭੰਗਾਣੀ ਦੇ ਯੁੱਧ ਦੀ ਕਥਾ ਜਿਹੜੀ ਹੈ, ਇੱਕ ਤਾਂ ਲੜੀਵਾਰ ਚੱਲ ਰਹੀ ਹੈ, ਉਹ ਕਥਾ ਜਿਹੜੀ ਹੈ ਸੁਣਾਓ। ਜਦੋਂ ਲੜੀਵਾਰ ਕਥਾ ਹੁੰਦੀ ਹੈ ਉਹਦੇ ਵਿੱਚ ਦਿਨ ਬਰ ਦਿਨ ਇੱਕ ਪ੍ਰਸੰਗ ਦੀ ਕਥਾ ਹੁੰਦੀ ਹੈ, ਤੇ ਫਿਰ ਕਈ ਚਿਰ ਬਾਅਦ ਕੋਈ ਇੱਕ ਇਤਿਹਾਸ ਦਾ ਪ੍ਰਕਰਨ ਪੂਰਾ ਹੁੰਦਾ ਹੈ। ਮੈਨੂੰ ਯਾਦ ਹੈ ਇੱਕ ਵਾਰ ਮਹਾਂਪੁਰਖਾਂ ਦੇ ਨਾਲ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨਾਭਾ ਸਾਹਿਬ ਚੰਡੀਗੜ੍ਹ ਦੇ ਨਜ਼ਦੀਕ ਉੱਥੇ ਕਥਾ ਦੇ ਸਮਾਗਮ ਚੱਲ ਰਹੇ ਸੀ ਤੇ ਇਹੀ ਯੁੱਧ ਦੀ ਵਾਰਤਾ ਚੱਲ ਰਹੀ ਸੀ, ਤੇ ਤਕਰੀਬਨ ਮਹੀਨੇ 1.5-2 ਦਾ ਪ੍ਰੋਗਰਾਮ ਹੁੰਦਾ ਸੀ, ਤੇ 20 ਦਿਨ ਜਦੋਂ ਗੁਜ਼ਰ ਗਏ ਕਥਾ ਹੁੰਦਿਆਂ ਤਾਂ ਸਰੋਤੇ ਜਿਹੜੇ ਪ੍ਰੇਮੀ ਪਿਆਰ ਨਾਲ ਸੁਣਦੇ ਆ ਉਹਨਾਂ ਨੂੰ ਉਤਸ਼ਾਹ ਬੜਾ ਫਿਰ ਹੁੰਦਾ ਕਿ ਅੱਗੇ ਕੀ ਹੋਊਗਾ। ਜਿਹਨੂੰ ਇਹ ਉਤਸ਼ਾਹ ਜਾਗਦਾ ਨਾ ਸਮਝੋ ਕਿ ਉਹ ਸਰੋਤਾ ਬਣ ਗਿਆ। ਭਾਵੇਂ ਕੋਈ ਇੱਕ ਵਾਰ ਇਸੇ ਸਥਾਨ ਤੇ ਕਥਾ ਹੁੰਦੀ ਸੀ ਤੇ ਉਹ ਮੀਆਂ ਬੀਬੀ ਦੋਵੇਂ ਭਾਵੇਂ ਸਿੱਖੀ ਸਰੂਪ ਚ ਸਿੰਘ ਨਹੀਂ ਸੀਗਾ, ਕਥਾ ਸੁਣਨ ਆਉਂਦੇ ਹੁੰਦੇ ਸੀ ਸ਼ਾਮ ਨੂੰ, ਤੇ ਬਾਬਾ ਬਿਧੀ ਚੰਦ ਜੀ ਦੇ ਘੋੜੇ ਕੱਢਣ ਦਾ ਪ੍ਰਸੰਗ ਚੱਲ ਰਿਹਾ ਸੀ। ਉਹ ਪ੍ਰਸੰਗ ਵੀ ਇੰਨਾ ਰੌਚਕ, ਤੇ ਉਧਰੋਂ ਸਮਾਂ ਹੋ ਗਿਆ ਸੀ 5 ਮਿੰਟ ਵੱਧ ਲਾ ਕੇ ਮੈਂ ਕਿਹਾ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ ਤੇ ਆਪਾਂ ਸਮਾਪਤੀ ਕਰੀਏ। ਉਹ ਥੱਲੋਂ ਬੈਠੇ ਕਹਿਣ ਲੱਗੇ ਕਿ ਬਾਬਾ ਜੀ ਅੱਜ 15-20 ਮਿੰਟ ਹੋਰ ਲਾ ਕੇ ਅੱਜ ਘੋੜਾ ਕੱਢ ਦਿਓ ਕਿਲੇ ਚੋਂ, ਕਿਉਂਕਿ ਉਤਸ਼ਾਹ ਹੁੰਦਾ ਮਨ ਦੇ ਅੰਦਰ ਕਿ ਅੱਗੇ ਕੀ ਹੋਊਗਾ ਕੀ ਹੋਊਗਾ। ਜਿਹੜਾ ਘਰ ਨੂੰ ਇਹ ਸੋਚ ਕੇ ਜਾਂਦਾ ਹੈ ਕਿ ਮੈਂ ਕੱਲ ਨੂੰ ਕਥਾ ਵਿੱਚ ਪਹੁੰਚਣਾ ਤੇ ਸੁਣਨਾ, ਕਿਤੇ ਮੇਰੀ ਕੋਈ ਗੱਲ ਖੁੰਝ ਨਾ ਜਾਵੇ, ਤੇ ਉਹਨੂੰ ਉਤਸ਼ਾਹ ਹੁੰਦਾ ਉਹ ਪਹਿਲਾਂ ਆ ਕਰਕੇ ਬੈਠਦਾ। ਕਿਉਂਕਿ ਜਿਵੇਂ
ਉਹ ਨਾਟਕ ਨਹੀਂ ਵੇਖਦੇ ਹੁੰਦੇ ਤੇ ਉਹਦੇ ਕੀ ਉਹਨੂੰ ਕਹਿੰਦੇ ਐਪੀਸੋਡ ਬਣਾਏ ਹੁੰਦੇ, ਤੇ ਉਹਨਾਂ ਨੇ ਫਿਰ ਵੇਖਣਾ ਹੁੰਦਾ ਕਿ ਉਹ ਪਿੱਛੇ ਕੀ ਸਟੋਰੀ ਸੀ, ਪਹਿਲਾਂ ਪਿਛਲੀ ਥੋੜੀ ਜਿਹੀ ਦੱਸਦੇ ਆ ਤੇ ਫਿਰ ਅਗਲਾ ਜਿਹੜਾ ਉਹ ਇਤਿਹਾਸ ਸ਼ੁਰੂ ਕਰਦੇ ਆ। ਜਿਨ੍ਹਾਂ ਦੀ ਰੁਚੀ ਉਹ ਸੰਸਾਰਕ ਚੀਜ਼ਾਂ ਵੇਖਣ ਵਿੱਚ ਤੇ ਉਹ ਘਰ ਦੀਆਂ ਲੜਾਈਆਂ ਤੇ ਉਹੋ ਜਿਹੀ ਰੋਣਾ ਧੋਣਾ ਉਹਦੇ 'ਚ ਦਿਖਾਇਆ ਹੁੰਦਾ, ਪਰ ਉਹਨੂੰ ਵੇਖਣ ਵਿੱਚ ਮਨ ਜਿਹੜਾ ਉਹ ਬੜਾ ਰੁਚੀਮੰਦ ਹੈ ਤੇ ਅੱਖਾਂ ਨਾਲ ਵੇਖ ਵੇਖ ਕੇ ਫਿਰ ਉਹ ਚੀਜ਼ਾਂ ਜੇਨ 'ਚ ਉਤਰਦੀਆਂ। ਅਸੀਂ ਸੋਚਦੇ ਹਾਂ ਕਿ ਇਹਦੇ ਨਾਲ ਮੇਰਾ ਕੀ ਨੁਕਸਾਨ ਹੋਣ ਲੱਗਾ, ਪਰ ਜੇ ਚੰਗੀ ਚੀਜ਼ ਵੇਖਦੇ ਹਾਂ ਸੁਣਦੇ ਹਾਂ ਉਹਦਾ ਬੜਾ ਵੱਡਾ ਲਾਭ ਹੁੰਦਾ, ਤੇ ਜੇ ਕਰਕੇ ਮੰਦੀ ਚੀਜ਼ ਵੇਖਦੇ ਹਾਂ ਸੁਣਦੇ ਹਾਂ ਜਾਂ ਸਮਾਨ ਜੀਵਨ ਦੀਆਂ ਗੱਲਾਂ ਸੁਣਦੇ ਤੇ ਵੇਖਦੇ ਹਾਂ ਉਹਦਾ ਓਨਾ ਹੀ ਮਾੜਾ ਅਸਰ ਵੀ ਹੁੰਦਾ। ਤੇ ਇਸ ਕਰਕੇ ਇਹ ਮਨ ਦੀ ਰੁਚੀ ਹੈ। ਜੇ ਕਰਕੇ ਲੱਗ ਗਈ ਸਤਸੰਗਤ ਵੱਲ ਤੇ ਫਿਰ ਗੁਰੂ ਸਾਹਿਬ ਦਾ ਇਹ ਸਰਵਣ ਦਰਸ਼ਨ ਹੈ। ਜਿਹੜਾ ਇਹ ਸਰਵਣ ਦਰਸ਼ਨ ਵੀ ਕਰਦਾ ਨਾ ਉਹ ਵੀ ਨਿਹਾਲ ਹੋ ਜਾਂਦਾ, ਕਿਉਂਕਿ ਉਸ ਦੇਸ਼ ਕਾਲ ਵਿੱਚ ਇਹ ਕਥਾ ਲੈ ਜਾਂਦੀ ਹੈ। ਤੇ ਇਹ ਸਮਾਂ ਸਾਧ ਸੰਗਤ ਜੀ ਭੰਗਾਣੀ ਦੇ ਯੁੱਧ ਦਾ, ਚੌਜੀ ਪਾਤਸ਼ਾਹ ਦੀ 17 ਸਾਲ ਦੀ ਆਜੂ ਸੀ। ਇਉਂ ਲੱਗਦਾ ਸੀ ਜਿਵੇਂ ਪਾਉਂਟਾ ਸਾਹਿਬ ਦਾ ਨੀਲਾ ਅਤੇ ਉੱਥੋਂ ਦੀ ਧਰਤੀ ਐਸੇ ਸਤਿਗੁਰੂ ਜੀ ਦਾ ਦਰਸ਼ਨ ਪਾ ਕੇ ਧੰਨ ਹੋ ਗਈ। ਅੱਜ ਵੀ ਉਸ ਧਰਤੀ ਦੀ ਵੱਖਰੀ ਸ਼ੋਅ ਹੈ, ਉਸ ਨੀਲੇ ਆਸਮਾਨ ਦਾ ਵੱਖਰਾ ਨਜ਼ਾਰਾ ਹੈ, ਉੱਥੋਂ ਦੀ ਫਿਜ਼ਾ ਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਜਿੱਥੇ ਚਰਨ ਪਾਏ, ਆਪਣੀ ਬਾਣੀ ਵਿੱਚ ਹਜ਼ੂਰ ਨੇ ਲਿਖਿਆ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਵੀ ਆਪਣੀ ਬਾਣੀ ਵਿੱਚ ਕਿਹਾ, ਤਹਿ ਕੇ ਸਿੰਘ ਘਨੇ ਚੁਣ ਮਾਰੇ। ਉੱਥੇ ਜੰਗਲ ਦੇ ਸ਼ੇਰ ਮਹਾਰਾਜ ਕਹਿੰਦੇ ਬਹੁਤੇ ਚੁਣ ਚੁਣ ਕੇ ਮਾਰੇ। ਵਿਸ਼ੇਸ਼ ਕਰਕੇ ਯਾਦ ਰੱਖ, ਜਿਹੜਾ ਕਿਹੜੀ ਸ਼ੇਰ ਦੀ ਨਸਲ ਵਿੱਚ ਫਿਰਦਾ ਸੀ ਉਹਦਾ ਪ੍ਰਸੰਗ ਆਉਂਦਾ ਇਸ ਧਰਤੀ ਤੇ। ਆਪਨੇ ਪਿੱਛੇ ਸੁਣਿਆ ਹੋਵੇਗਾ ਲੜੀਵਾਰ ਕਥਾ ਵਿੱਚ। ਇਹ ਸੱਚੇ ਪਾਤਸ਼ਾਹ ਜੀ ਦੀ ਕਥਾ ਜਿਵੇਂ ਆਪਾਂ ਕੋਈ ਤਸਵੀਰ ਵੇਖਦੇ ਹਾਂ ਸਾਹਮਣੇ, ਕੋਈ ਫਿਲਮ ਦਾ ਫਿਲਮਾਂਕਣ ਵੇਖਦੇ ਹਾਂ, ਇਸ ਤਰ੍ਹਾਂ ਹਜ਼ੂਰ ਦਾ ਜੀਵਨ ਕਾਲ ਸਾਡੀਆਂ ਅੱਖਾਂ ਦੇ ਸਾਹਮਣੇ ਦੀ ਲੰਘਦਾ। ਕਵੀ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਇਸ ਪਾਵਨ ਗ੍ਰੰਥ ਦੀ ਰਚਨਾ ਕੀਤੀ ਹੈ, ਆਪ ਦੀ ਇੱਕ ਤਾਂ ਜ਼ਿੰਦਗੀ ਦੀ ਕਮਾਈ ਸਾਧਨਾ ਬਹੁਤ ਵੱਡੀ। ਭਾਈ ਸੰਤੋਖ ਸਿੰਘ ਜੀ ਦੇ ਜੀਵਨ ਵਿੱਚ ਆਪ ਅੰਮ੍ਰਿਤ ਵੇਲੇ ਦੇ ਉੱਠਣ ਦੇ ਅਭਿਆਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਆਪ ਪਾਠ ਕਰਿਆ ਕਰਦੇ, ਉਸ ਸਮੇਂ ਮੁਖ ਦੇ ਉੱਤੇ ਜਾਹੋ ਜਲਾਲ ਇਹੋ ਜਿਹਾ ਹੁੰਦਾ ਕਿ ਵੇਖਣ ਵਾਲਿਆਂ ਨੂੰ ਬੜਾ ਇੱਕ ਅਸਚਰਜ ਜਿਹਾ ਨਜ਼ਾਰਾ ਪ੍ਰਾਪਤ ਹੁੰਦਾ। ਤੇ ਕਈ ਚਿਰ ਸਤਿਗੁਰੂ ਜੀ ਦੀ ਤਾਬਿਆ ਬੈਠ ਕੇ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਕਰਿਆ ਕਰਦੇ। ਬੜਾ ਜਪ ਤਪ ਸੀ ਉਹਨਾਂ ਦਾ। ਅਤੇ ਜਦੋਂ ਉਹ ਇਹ ਕਵਿਤਾ ਉਚਾਰਦੇ ਸੀ ਨਾ, ਬੜੇ ਸਹਿਜ ਵਿੱਚ ਹੀ ਆਪ ਮੁਹਾਰਿਆ ਉਹਨਾਂ ਦੇ ਮੁਖ ਤੋਂ ਇਹ ਕਵਿਤਾ ਫੁਹਾਰੇ ਵਾਂਗੂ ਫੁੱਟਦੀ। ਤੇ ਰਾਜਾ ਉਹਦੇ ਸਿੰਘ ਨੇ 6 ਲਖਾਰੀ ਬਿਠਾਏ ਹੁੰਦੇ ਸੀ। ਜਦੋਂ ਕਵੀਰਾਜ ਆਪਣੇ ਵਿਹੜੇ ਵਿੱਚ ਨਾਲੇ ਟਹਿਲਦੇ, ਉਸ ਹਵੇਲੀ ਵਿੱਚ, ਬੜੀ ਵੱਡੀ ਹਵੇਲੀ ਸੀ ਕੈਂਥਲ ਦੇ ਅੰਦਰ, ਜਿੱਥੇ ਕਿਉਂਕਿ ਸ਼ਾਹੀ ਦਰਬਾਰ ਦੇ ਅੰਦਰ ਉਹਨਾਂ ਨੂੰ ਰਾਜਾ ਉਦੈ ਸਿੰਘ ਨੇ ਬੜਾ ਮਾਣਯੋਗ ਰੁਤਬਾ ਦਿੱਤਾ ਹੋਇਆ ਸੀ। ਜਦੋਂ ਕਵੀਰਾਜ ਹਵੇਲੀ ਦੇ ਵਿਹੜੇ ਵਿੱਚ ਵਿਚਰਦੇ ਹੋਏ ਗੁਰੂ ਸਾਹਿਬਾਂ ਦੇ ਜੀਵਨ ਅੰਦਰ ਇੱਕ ਅਗੰਮੀ ਸੁਰਤ ਦੇ ਅੰਦਰ ਚਲੇ ਜਾਂਦੇ ਤੇ ਆਪਣੇ ਮੁਖ ਤੋਂ ਜਦੋਂ ਕਵਿਤਾ ਲਿਖਦੇ, ਕਈ ਵਾਰੀ ਲਿਖ ਕੇ ਲਖਾਰੀਆਂ ਨੂੰ ਪੁੱਛਦੇ, ਹੁਣ ਸਾਨੂੰ ਸੁਣਾਓ। ਫਿਰ ਸੁਣਦੇ ਆਪ, ਤੇ ਸੁਣ ਕੇ ਸ਼ਾਮ ਦੇ ਪਹਿਰ ਨੂੰ
जिन्नी कविता लिखी हुंदी उहदी कथा करिया करदे। ये पावन ग्रंथ श्री गुरप्रताप सूरज ग्रंथ ये लिखदियां लिखदे ही हरमन प्यारा हो गया सी। इन्ना ज़्यादा इहदी मंग वधी सी ते साध संगत जी कथा दा जिहड़ा सुनना हुंदा है ये साडी अपनी जदों रुचि होवे, क्योंकि इतिहास जिहड़ा है वो साडे अंदर नूं नरोआ करदा है, साडे अंदर एक चंगी सोच की सिरजना करदा है। इतिहास बहुत जरूरी है। जदों इत्थे तां प्रोग्राम उलीके जाते हैं, फिर जिहड़े कोई नेड़े रहिंदे आ उन्हां नूं सुविधा है सवेरे शाम संगत करन दी, पर जदों पहला समा हुंदा सी, अज तो कोई 20-30 साल 40 साल पहला नगरां विच प्रोग्राम उलीके जाते सी। एक नगर विच प्रोग्राम होना कथा कीर्तन दा ते कई कई पिंड लागों आउणे इकट्ठे हो करके ट्रालियां ते होर आपो अपने वाहनां नूं लै के संगत ने कथा सुनने वास्ते आउणा। ते जमींदारे दा तुहानूं पता काम भी किन्ना हुंदा है, किन्ने किन्ने पशु घरां च रखे हुंदे है ते खेतीबाड़ी दा काम इत्थे ते आपां जे जॉब तो आए तो सारे जी वेले ते चलो गुरुद्वारे साहब आउण दी सुविधा हैगी है, पर फिर भी कई टीवी वेंदे रहिंदे नहीं आ आप आउंदे। वो तां उन्हां दी अपनी मर्जी है ना, पर जिहड़ा जमींदारे दा काम है वो फिर हरेक घर विचों एक जी कि भाई तू अज संगत करिया ते असीं मगरों सारा कामकार सांभ लवांगे। एक जी ने संगत करके आउणा, कीर्तन सुनना, कथा सुननी बह के, फिर अगले दिन दूसरे जी नूं भेजना कि भाई अज तू जा आया तो मैं घर का कामकार सांभ लांगा। ते जिहड़ी पहले दिन कथा सुनी होनी वो सारे जियां नूं बिठा के ते फिर वो कथा सुनाउणी। ते हुण सुना भी तां हो सकदा ना जिहड़ा आप सुन के आया, ते जिहड़ा आप सुन के गया जिन्हें सारे दुनिया नूं जाके फिर वो कथा सुना दित्ती है, कीर्तन दे शब्द दस दिते कि आ शब्द ते एवें एवें उथों दा माहौल दसिया। ते वेख लो एक तो किन्नियां ने अगे संगत कीती। ते जे करके कोई संगत करन आवे, कई बार बजुर्ग पुछ लेंदे कि भाई घरों बीबियां जे होर सिंह गए संगत करन कि वो उत्थे की कथा सुनी सी, आखे कथा दा ते पता नहीं। फिर होर की वेखिया, लंगर सीगा उत्थे जलेबियां दा, वो तां घरे भी कढ के कदों खा लैणियां सी, पर कीर्तन दा पता ही नहीं, कथा दा पता ही नहीं। फिर आपां संगत थोड़ो कीती है। संगत तां हुंदी है जे गुरु साहब दे शब्द नाल जुड़ीए, गुरु साहब दे इतिहास नाल जुड़ीए। ते ਸਿੰਘਾਂ ਦੀ इच्छा है, लड़ीवार कथा विच युद्ध की संपूर्णता तो नहीं हुंदी। मैं वो जिक्र कर रहा सा नाभा साहब का, 15-20 दिन जो हो गए कथा करदियां, वो कहंदे बाबा जी जंग कदों आऊगा। कोई जंग तो हुण हौली हौली जदों सारे असार बनते हैं, सारे इतिहास का जिवें जिवें जिक्र आउंदा उवें उवें अगे फिर युद्ध की कथा भी शुरू हुंदी है। तो इस करके जिहड़ा इतिहास का प्रसंग सरवण करना, ये रोज़ दी रोज़ जिन्हों सतसंगत की सुविधा होवे अपनी जिंदगी के अंदर वेखो समा असीं आप नहीं तोड़ते कढ़दे, समा तो लंघदा ही जाता है, पर जिहड़े संगत नाल गुरमुख शरीर जुड़ जाते हैं पता ही नहीं लगता कदों सारा इतिहास भी सुनिया जाता। गुरबाणी की कथा सुनदियां सुनदियां जीवन के अंदर एक सहज आ जाता है, सुख आ जाता है, जिस करके मन की दुविधा मिटती है। समा तो अपनी चाल नाल तुरिया ही जाता है। वडभागी ने वो रूहां जिन्हां नूं सच्चे पातशाह अपनी प्यारी संगत का प्यार ला दिंदे है।
महापुरखों के जीवन के संबंध विच केवल एक ही बचन कह के फिर कथा की आरंभता करते हैं। सत संगत जी, मैं कल भी बेनती की सी कि जिन्हां ने परोपकार लिए अपना जीवन जीविया होवे, एक चंगे मनोरथ नूं सामने रख करके अपना जीवन जीविया होवे, उन्हां दी कथा, उन्हां दे जीवन दीयां कहानियां अमर हो जांदियां, अटल हो जांदियां। कदे महापुरखों ने जदों श्रीमान संत ज्ञानी गुरबचन सिंह जी खालसा पिंडरां वालियां ने ये जिम्मेवारी दिती सी टकसाल दी दस्तार दी, जदों ये बख्शिश कीती सी, आख्या सी भाई करतार सिंह 100 काम करने के एक काम करना है। आख्या महाराज इक्को ही काम करा लो, तो कहंदे जे इक्को ही काम करेगा ना तो तेरे 100 काम गुरु गोबिंद सिंह साहब जी आप करनगे। उन्होंने इक्को ही काम कीता है, नाम दे जपण ते जपाउण दा, पंथ नूं नरोया करन दा। जदों जथे विच सेवा करदे सी, महापुरखों ने इहो जी कसवट्टी लाई सी, परखिया सी, 17 दिन लगातार सौण नहीं सी दिता, बाणी सुनी गए। जदों हरमंदर सरोवर विच महापुरख इशनान कर रहे सी ते गड़वा दोवां हाथां विच पकड़िया होया परिक्रमा च खड़े है, संत बाबा करतार सिंह जी महाराज गड़वे समेत ही सरोवर च जा डिगे। नींद दा इहो जिहा झोका वज्जा जदों 17 दिन ना रात ना दिन सौण ही नहीं दिता। जिन्हां ने कोई थोड़ा बहुता संगत कीती है ना, जदों ये बचन सुनाई दे उन्हां दी अखां दे सामने आ जांदा सारा कुछ, किहो जिहा वरतारा वरतिया होऊगा। जदों गड़वे समेत ही सरोवर च जा डिगे ते महापुरख बाहर आके कहंदे भाई करतार सिंह नूं कढो, ਸਿੰਘਾਂ ਨੂੰ कहा। जदों बाहर कढ़िया ते महापुरख बड़ा ताड़ के कहंदे पखंड करदा, जा जाके सौ जा। धन गुरु रामदास साहब जी महाराज दे नाम ते बनी सरां, बार बार ही एक दरी दे उत्ते महापुरख जाके बराज गए, थोड़ा समा ही सौण दिता, फिर कहंदे जाओ उठा के लियाओ भाई करतार सिंह कदों दा सुता है। फिर ਸਿੰਘਾਂ ने उठा लियांदा। हरमंदर साहब जी दी उपरली छत दे उत्ते बाणी सुन रहे सी सुखमनी साहब जी दी, ते फिर महापुरखों ने ये बख्शिश दे बचन कहे सी, भाई करतार सिंह सतगुरु गुरु गोबिंद सिंह सच्चे पातशाह जी दी साजी हुई टकसाल दी सेवा जो सचखंड वासी महापुरखों ने दास दे जिम्मे लाई सी, साडे मन दा फुरना आया है कि ये सेवा साडे तो बाद तू निभाउणी है। भावें कि संत बाबा करतार सिंह जी ने हाथ जोड़ के आख्या सी, महाराज मैं सेवा दे योग नहीं, ये बड़ी वड्डी पदवी है, किसे योग सिंह नूं दिओ, असीं इस सेवा दी पंड नूं चक नहीं सकांगे। महापुरखों ने आख्या सी, भाई करतार सिंह जी बचन मोड़न दे नाल बहुत ज़्यादा जिहड़ा वो पछड़ जाईदा, साडा बचन इनू मोड़ी ना। महापुरखों ने कुछ इहो जिहे बचन भी कहे, सतपुरुषां दी एक साखी सुनाई कि उन्हां दे सेवक ने बचन मोड़िया सी ते सारी उम्र फिर वो भटकदा ही रहा। फिर हाथ जोड़ के आख्या, महाराज सानू इहो जिहा कोई बचन ना छड्डिओ, जिहड़ी सेवा विच लाओगे सानू उस सेवा दे विच आप ही संपूर्ण करिओ, तत्पर करिओ। महापुरखों ने जदों फिर पटना साहब की पावन धरती ते गुरु गोबिंद सिंह सच्चे पातशाह के प्रकाश गुरपुरब ते एक कथा विच बचन कहे कि हूबहू बचन वो टेप रिकॉर्ड भी है, लिखती रूप विच भी हैं। महापुरखों ने आख्या अज कथा नहीं हो सकी, सिरों पाओ बहुतियां नूं देने सी, ते दास दे चित्त विच उमा आया कि दास दी सेवा वेख के तख्त साहब तो जिहड़ा सिरों पाओ धन गुरु गोबिंद सिंह सच्चे पातशाह के पावन स्थान तो दास दे झोली पाया है, वो सिरों पाओ
ਭਾਈ ਕਰਤਾਰ ਸਿੰਘ ਦੇ ਗਲ ਪਾ ਕੇ ਇਹਨੂੰ ਸੱਚੇ ਪਾਤਸ਼ਾਹ ਦੇ ਚਰਨੀ ਲਾਇਆ। ਤੁਸੀਂ ਸਾਰੇ ਸਿੰਘ ਭਾਈ ਸੰਗਤਾਂ ਇਹਦਾ ਸਾਥ ਦਿਓ। ਤੇ ਫਿਰ ਕਥਾ 'ਚ ਹੀ ਕਹਿਤਾ ਕਿ ਇਹਦੇ ਤਾਈਂ ਇਹ ਵੀ ਬੇਨਤੀ ਹੈ ਕਿ ਆਪਣੇ ਪਰਿਵਾਰ ਦਾ ਮੋਹ ਨਾ ਕਰੇ ਤੇ ਜਥੇ ਸੰਗਤ ਦੀ ਮਾਇਆ ਉਹ ਜਥੇ ਸੰਗਤ ਵਿੱਚ ਸੰਗਤਾਂ ਵਿੱਚ ਹੀ ਵਰਤੇ। ਤੇ ਇਹ ਕਹੇ ਹੋਏ ਬਚਨ ਮਹਾਂਪੁਰਖ ਇੱਕ ਵਾਰ ਆਪਣੇ ਗ੍ਰਹਿ ਵਿਖੇ ਗਏ, ਕੋਈ ਸਮਾਗਮ ਸੀ ਤੇ ਮਹਾਂਪੁਰਖਾਂ ਦੇ ਪਰਿਵਾਰ ਵਿੱਚੋਂ ਬੱਚੇ ਕੀਰਤਨ ਕਰਦੇ ਪਏ ਸੀ ਤੇ ਮਹਾਂਪੁਰਖ ਉਸ ਸਮੇਂ ਜਦੋਂ ਅੰਦਰ ਪ੍ਰਵੇਸ਼ ਕੀਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ, ਕੁਝ ਚਿਰ ਖਲੋ ਗਏ ਤੇ ਕੋਲ ਖਲੋਤੇ ਸਿੰਘਾਂ ਨੂੰ ਕਹਿੰਦੇ ਮੇਰਾ ਦਿਲ ਬਹੁਤ ਕਰਦਾ ਹੈ ਕਿ ਇਹਨਾਂ ਭੁਜੰਗੀਆਂ ਨੂੰ ਥੋੜੀ ਮਾਇਆ ਦਈਏ, ਪਰ ਕਹਿੰਦੇ ਮੈਂ ਬਚਨ ਦਾ ਬੱਧਾ ਹੋਇਆ, ਮਹਾਂਪੁਰਖਾਂ ਨੇ ਆਖਿਆ ਸੀ ਕਿ ਆਪਣੇ ਪਰਿਵਾਰ ਵਿੱਚ ਇਹ ਮਾਇਆ ਨਹੀਂ ਦੇਣੀ, ਭਾਵੇਂ ਕਿ ਕੀ ਹੈ ਥੋੜੀ ਮਾਇਆ, ਪਰ ਉਹਨਾਂ ਨੇ ਇਹੋ ਜਿਹਾ ਬਚਨ ਕਮਾਇਆ, ਕਹਿੰਦੇ ਮੈਂ ਆਪਣੇ ਪਰਿਵਾਰ ਵਿੱਚ ਜਥੇ ਸੰਗਤ ਦੀ ਮਾਇਆ ਨਹੀਂ ਦੇਣੀ। ਉਹਨਾਂ ਕੋਲ ਕੋਈ ਮਾਇਆ ਦੀ ਥੁੜ ਨਹੀਂ ਸੀ। ਜਿਹੜੇ ਇਹੋ ਜਿਹੇ ਸਤਪੁਰਸ਼ ਹੁੰਦੇ ਆ, ਰਿਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ 'ਚ ਵਸਦੀਆਂ ਹੁੰਦੀਆਂ, ਪਰ ਬਹੁਤ ਸਾਦਾ ਜੀਵਨ ਉਹਨਾਂ ਨੇ ਜੀਵਿਆ। ਪਾਉਣ ਵਾਲੀ ਜੁੱਤੀ ਵੀ ਚਰਨਾਂ ਵਿੱਚ ਉਹ ਟੁੱਟ ਜਾਂਦੀ ਸੀ ਤੇ ਟੁੱਟੀ ਹੋਈ ਜੁੱਤੀ ਨਾਲ ਹੀ ਉਹ ਸਾਧ ਸੰਗਤ ਜੀ ਵਿਚਰ ਕੇ ਪ੍ਰਚਾਰ ਕਰਦੇ। ਕਦੇ ਕਿਸੇ ਦੇ ਉੱਤੇ ਪਖੰਡ ਵਾਲਾ ਪ੍ਰਭਾਵ ਨਾ ਸੀ ਪਾਉਂਦੇ। ਜੇ ਕੋਈ ਪੁੱਛ ਲਵੇ, ਬੜੀਆਂ ਉਹਨਾਂ ਦੇ ਜੀਵਨ ਦੀਆਂ ਇਹੋ ਜਿਹੀਆਂ ਘਟਨਾਵਾਂ ਨੇ। ਜਦੋਂ ਵੱਡੇ 37 ਨਗਰ ਕੀਰਤਨ ਕੱਢੇ ਸੀ, ਉਸ ਸਮੇਂ ਇਹ ਜਲੂਸ ਦਾ ਸ਼ਬਦ ਵੀ ਕਿਹਾ ਕਰਦੇ ਸੀ, ਤਾਂ ਇਹ ਬਦਲ ਕੇ ਸ਼ਬਦ ਨਗਰ ਕੀਰਤਨ ਦੇ ਰੂਪ ਵਿੱਚ ਆਪਾਂ ਲੈਂਦੇ ਆ। ਮਹਾਂਪੁਰਖ ਪਿੱਛੇ ਪ੍ਰਬੰਧ ਵੀ ਸਾਰਾ ਵੇਖਦੇ ਤੇ ਜਿੱਥੇ ਅੱਗੇ ਜਾ ਕੇ ਪੜਾਅ ਕਰਨਾ ਹੁੰਦਾ, ਸਾਰੇ ਨਗਰ ਕੀਰਤਨ ਨੇ ਰੁਕਣਾ ਹੁੰਦਾ, ਉੱਥੇ ਵੀ ਜਲਦੀ ਨਾਲ ਪਹੁੰਚ ਕੇ ਸਟੇਜ ਤੇ ਜਾ ਕੇ ਸੰਗਤ ਨੂੰ ਸੰਬੋਧਨ ਕਰਦੇ। ਮਹਾਂਪੁਰਖ ਇਧਰੋਂ ਪਿੱਛੇ ਰਹਿ ਗਏ ਤੇ ਨਗਰ ਕੀਰਤਨ ਅੱਗੇ ਜਾ ਪਹੁੰਚਾ ਜਿੱਥੇ ਢਾਡੀ ਸਿੰਘ ਵਾਰਾਂ ਗਾ ਰਹੇ ਸੀ। ਛੇਤੀ ਨਾਲ ਪਹੁੰਚਣ ਵਾਸਤੇ ਮਹਾਂਪੁਰਖ ਇੱਕ ਆਉਂਦੇ ਸਾਈਕਲ ਜਿਹੜਾ ਚਲਾ ਕੇ ਆ ਰਿਹਾ ਸੀ, ਕਹਿਣ ਲੱਗੇ ਭਾਈ ਸਿੰਘਾ ਸਾਨੂੰ ਉੱਥੇ ਲੈ ਚੱਲ, ਸਮੇਂ ਸਿਰ ਪਹੁੰਚਾ ਦੇ। ਉਹ ਕਹਿਣ ਲੱਗਾ ਮੈਂ ਸੰਤ ਕਰਤਾਰ ਸਿੰਘ ਜੀ ਦੇ ਦਰਸ਼ਨ ਕਰਨੇ ਆ ਤੇ ਸਿੰਘਾ ਤੂੰ ਤਾਂ ਕਾਫੀ ਭਾਰਾ ਵੀ ਇਸ ਤਰ੍ਹਾਂ ਸਰੀਰ, ਤੇ ਮੈਂ ਕਿਵੇਂ ਖਿੱਚਾਂਗਾ। ਸੰਤ ਕਹਿੰਦੇ ਮੈਂ ਸਾਈਕਲ ਚਲਾ ਦਿੰਦਾ, ਤੁਸੀਂ ਪਿੱਛੇ ਬਹਿ ਜਾਓ। ਤੇ ਕਹਿਣ ਲੱਗਾ ਹਾਂ ਇਹ ਠੀਕ ਹੈ। ਮਹਾਂਪੁਰਖਾਂ ਆਪ ਸਾਈਕਲ ਚਲਾਇਆ ਤੇ ਉਹ ਪਿੱਛੇ ਬੈਠ ਕਰਕੇ ਉੱਥੇ ਆਇਆ। ਜਦੋਂ ਉਹ ਸੰਗਤ ਵਿੱਚ ਬੈਠਾ ਸੀ ਤੇ ਜਦੋਂ ਸਟੇਜ ਤੇ ਅਨਾਉਂਸ ਕੀਤਾ ਕਿ ਦਮਦਮੀ ਟਕਸਾਲ ਦੇ ਮੁਖੀ ਹੁਣ ਸੰਬੋਧਨ ਹੋਣਗੇ ਸੰਗਤਾਂ ਨੂੰ, ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ, ਜਕਾਰੇ ਛੱਡੇ ਗਏ ਤੇ ਜਦੋਂ ਸੰਤ ਸਟੇਜ ਤੇ ਚੜ੍ਹੇ ਤਾਂ ਵੇਖ ਕੇ ਤੇ ਸਮੇਂ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਇਹ ਸੰਤ ਕਰਤਾਰ ਸਿੰਘ ਜੀ, ਮੈਂ ਦਰਸ਼ਨ ਕਰਨ ਵਾਸਤੇ ਆਇਆ, ਜੇ ਪਤਾ ਹੁੰਦਾ ਤੇ ਕਾਹਨੂੰ ਇਹਨਾਂ ਕੋਲੋਂ ਸਾਈਕਲ ਚਲਵਾਉਣਾ ਸੀ। ਬਾਅਦ ਵਿੱਚ ਉਹਨੇ ਮਾਫੀ ਮੰਗਦਾ ਹੈ। ਮਹਾਂਪੁਰਖ ਕਹਿੰਦੇ ਭਾਈ ਤੈਂ ਕਿਹੜੀ ਕੋਈ ਭੁੱਲ ਕੀਤੀ ਹੈ, ਨਹੀਂ ਸੀ ਪਤਾ, ਕਦੇ ਆਪਣੇ ਮੂੰਹ ਇਹ ਨਹੀਂ ਸੀ ਦੱਸਦੇ ਕਿ ਅਸੀਂ ਸੰਤ ਕਰਤਾਰ ਸਿੰਘ ਹਾਂ। ਪ੍ਰਸ਼ਾਦਾ ਛਕਣ ਜਾ ਰਹੇ ਸੀ, ਕਿਸੇ ਪ੍ਰੇਮੀ ਨੇ ਮਹਾਂਪੁਰਖਾਂ ਨੂੰ ਹੀ ਪੁੱਛ ਲਿਆ ਕਿ ਸਿੰਘਾ ਮੈਂ ਸੰਤਾਂ ਦਾ ਦਰਸ਼ਨ ਕਰਨਾ, ਸੰਤ ਕਰਤਾਰ ਸਿੰਘ ਜੀ ਦਾ, ਉਹ ਕਿੱਥੇ ਨੇ, ਕਿਹੜੇ ਨੇ। ਤੇ ਮਹਾਂਪੁਰਖਾਂ ਸ਼ਬਦ ਪੜ੍ਹ ਰਹੇ ਸੀ, ਹੱਥ ਨਾਲ ਹੀ ਫੜ ਲਿਆ ਉਹਦਾ, ਉਹਨੂੰ ਤੋਰ ਲਿਆ ਨਾਲ ਹੀ। ਜਦੋਂ ਪ੍ਰਸ਼ਾਦਾ ਛਕ ਲਿਆ, ਬਿਠਾ ਵੀ ਆਪਣੇ ਨਾਲ ਹੀ ਲਿਆ। ਪ੍ਰਸ਼ਾਦਾ ਛਕ ਕੇ ਜਦੋਂ ਜਲ ਵਰਤ ਰਹੇ ਸੀ ਤੇ ਉਹ ਫਿਰ ਸਿੰਘ ਹੌਲੀ ਜੀ ਕੰਨ ਵਿੱਚ ਮਹਾਂਪੁਰਖਾਂ ਨੂੰ ਕਹਿੰਦਾ ਹੈ ਕਿ ਵੀ ਤੈਂ ਮੈਨੂੰ ਦੱਸਿਆ ਨਹੀਂ ਸੰਤ ਕਰਤਾਰ ਸਿੰਘ ਜੀ ਕਿਹੜੇ ਆ। ਤੇ ਸੰਤ ਮਹਾਂਪੁਰਖ ਕਹਿਣ ਲੱਗੇ ਬਈ ਵੇਖ ਸਿੰਘਾ ਤੈਨੂੰ ਇਹਨਾਂ ਸਾਰਿਆਂ ਵਿੱਚੋਂ ਕੋਈ ਚੋਰ ਦਿਸਦਾ? ਕਹਿੰਦਾ ਨਾ ਮਹਾਰਾਜ। ਕਹਿੰਦੇ ਸਾਰੇ ਸੰਤ ਹੀ ਆ। ਫਿਰ ਉਹਨੂੰ ਪਤਾ ਲੱਗ ਗਿਆ ਕਿ ਜਿਨ੍ਹਾਂ ਨੂੰ ਮੈਂ ਪੁੱਛ ਰਿਹਾ ਇਹੀ ਸੰਤ ਕਰਤਾਰ ਸਿੰਘ ਜੀ ਹੈ। ਇੰਨੀ ਨਿਮਰਤਾ ਵਿੱਚ ਆਪਣਾ ਜੀਵਨ ਜਿਉਂਦੇ ਸੀ, ਕਦੇ ਕਿਸੇ ਤੇ ਫੋਕਾ ਪ੍ਰਭਾਵ ਨਹੀਂ ਸੀ ਪਾਉਂਦੇ। ਪਰ ਸਾਧ ਸੰਗਤ ਜੀ, ਮਹਾਰਾਜ ਦੀ ਬਾਣੀ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਸ ਹੁੰਦਾ ਨਾ, ਉਹਨਾਂ ਦੇ ਮੁਖ ਮੰਡਲ ਦੇ ਉੱਤੇ ਇਹੋ ਜਿਹਾ ਪ੍ਰਤਾਪ ਹੁੰਦਾ ਸੀ, ਨੇਤਰਾਂ ਵਿੱਚ ਇਹੋ ਜਿਹੀ ਕਸ਼ਿਸ਼ ਹੁੰਦੀ ਸੀ ਕਿ ਵੱਡੇ ਵੱਡੇ ਵਜ਼ੀਰ ਉਹਨਾਂ ਦਾ ਜ਼ਵਾ ਉਸੇ ਸਮੇਂ ਨਾਸ਼ ਹੋ ਜਾਂਦਾ ਸੀ। ਉਹਨਾਂ ਦੀ ਹਿੰਮਤ, ਉਹਨਾਂ ਦਾ ਪ੍ਰਤਾਪ ਸਾਰਾ ਸ਼ਹਿ ਹੋ ਜਾਂਦਾ ਸੀ ਜਦੋਂ ਸੰਤ ਕਰਤਾਰ ਸਿੰਘ ਜੀ ਮਹਾਂਪੁਰਖਾਂ ਦਾ ਸਾਹਮਣਾ ਕਰਦੇ ਸੀ।
ਕਿਸੇ ਵਜ਼ੀਰ ਦਾ, ਕਿਸੇ MLA ਦਾ ਉਹਦੇ ਪ੍ਰਭਾਵ ਦਾ ਅਸਰ ਨਾ ਸੀ ਪੈਂਦਾ, ਹੌਸਲਾ ਨਹੀਂ ਸੀ ਪੈਂਦਾ ਮਹਾਂਪੁਰਖਾਂ ਦੇ ਸਾਹਮਣੇ ਬੋਲਣ ਦਾ, ਕਿਉਂਕਿ ਉਹਨਾਂ ਦੇ ਚਿਹਰੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਕਤੀ ਝਲਕਦੀ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਦਿੱਤਾ ਹੋਇਆ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਸੀ। ਢਾਡੀ ਕੁਲਵੰਤ ਸਿੰਘ ਜੀ BA ਬੜਾ ਲੰਮਾ ਸਮਾਂ ਇਹਨਾਂ ਦੇਸ਼ਾਂ ਵਿੱਚ ਵੀ ਵਿਚਰੇ, ਆਜੂ ਭੋਗ ਕੇ ਕਈ ਸਾਲ ਪਹਿਲਾਂ ਉਹ ਸਰੀਰ ਛੱਡ ਗਏ। ਕਈ ਉਹਨਾਂ ਦੀਆਂ ਯਾਦਾਂ ਸੁਣਾਇਆ ਕਰਦੇ, ਕਹਿੰਦੇ ਗਿਆਨੀ ਜੀ ਅੱਧੀ ਰਾਤ ਦਾ ਵਕਤ ਸੀ, ਚੰਦਰਮਾ ਦੀ ਚਾਨਣੀ, ਅੰਬੈਸਡਰ ਕਾਰ, ਅਸੀਂ ਢਾਡੀ ਵਾਰਾਂ ਲਾ ਕੇ ਹਟੇ ਸਾਂ। ਮਹਾਂਪੁਰਖਾਂ ਨੇ ਬਾਅਦ ਵਿੱਚ ਕਥਾ ਕਰਨੀ ਸੀ ਤੇ ਕਾਰ ਵਿੱਚੋਂ ਜਦੋਂ ਉਤਰੇ ਮੈਨੂੰ ਗਲਵੱਕੜੀ ਵਿੱਚ ਲੈ ਕਰਕੇ ਕਹਿੰਦੇ ਕੁਲਵੰਤ ਸਿਆਂ ਇਹ ਸਮਾਂ ਨਹੀਂ ਲੱਭਣਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੰਥ ਦੀ ਤੁਹਾਨੂੰ ਸੇਵਾ ਮਿਲੀ ਹੈ, ਸਾਨੂੰ ਸੁਨੇਹੇ ਭੇਜ ਕੇ ਨਾ ਤੁਹਾਨੂੰ ਸੱਦਣਾ ਪਿਆ ਕਰੇ, ਆਪ ਆਇਆ ਕਰੋ। ਕਹਿੰਦੇ ਜਦੋਂ ਉਹ ਗਲਵੱਕੜੀ ਨੂੰ ਛੱਡ ਰਹੇ ਸੀ, ਅਸੀਂ ਵੀ ਪ੍ਰੋਗਰਾਮ ਤੇ ਜਾਣਾ ਸੀ ਅੱਗੇ, ਕਹਿੰਦੇ ਮੈਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਸਰੀਰ ਵਿੱਚੋਂ ਰੂਹ ਨਿਕਲ ਰਹੀ ਹੋਵੇ। ਇੰਨਾ ਪਿਆਰ ਦਿੰਦੇ ਸੀ। ਉਹ ਘੜੀਆਂ, ਉਹ ਸਮਾਂ ਅੱਜ ਵੀ ਜੀਵਨ ਦੇ ਅੰਦਰ ਕਹਿੰਦੇ ਇਉਂ ਚੇਤੇ ਹੈ ਜਦੋਂ ਉਹਨਾਂ ਨੇ ਆਪਣੇ ਸਰੀਰ ਦਾ ਸੋਹ ਦਿੱਤਾ, ਆਪਣੇ ਬਚਨਾਂ ਨਾਲ ਸਾਨੂੰ ਨਿਵਾਜਿਆ। ਸਾਧ ਸੰਗਤ ਜੀ, ਐਸੇ ਪੁਰਖ ਸੰਸਾਰ ਦੇ ਅੰਦਰ ਬਹੁਤ ਥੋੜਾ ਜੀਵਨ ਜਿਉਂਦੇ ਆ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਸੂਰਬੀਰ ਦੀ ਜ਼ਿੰਦਗੀ ਭਾਵੇਂ ਥੋੜੀ ਹੁੰਦੀ ਹੈ ਪਰ ਹੁੰਦੀ ਬਹੁਤ ਸ਼ਾਨਾਮਤੀ ਹੈ। ਇਹ ਮਹਾਂਪੁਰਖਾਂ ਦੀਆਂ ਪਵਿੱਤਰ ਯਾਦਾਂ ਨੇ। ਸਮਾਂ ਆਪਣੀ ਚਾਲ ਨਾਲ ਚੱਲਦਾ ਜਾ ਰਿਹਾ ਹੈ। ਨੌਜਵਾਨਾਂ ਦੀ ਇੱਛਾ ਸੀ ਕਿ ਅੱਜ ਭੰਗਾਣੀ ਦੇ ਯੁੱਧ ਦੀ ਕਥਾ ਸਰਵਣ ਕਰੀਏ ਤੇ ਆਪਾਂ ਪ੍ਰਸੰਗ ਜੋ ਚੱਲ ਰਿਹਾ ਉਹਦੇ ਵਿੱਚੋਂ ਹੀ ਹਾਜ਼ਰੀ ਲਵਾਵਾਂਗੇ। ਸਾਧ ਸੰਗਤ ਜੀ, ਇਹ ਭੰਗਾਣੀ ਦੇ ਯੁੱਧ ਦਾ ਕਾਰਨ, ਭੰਗਾਣੀ ਇੱਕ ਪਿੰਡ ਦਾ ਨਾਂ ਹੈ ਪਾਉਂਟਾ ਸਾਹਿਬ ਦੇ ਕੋਲ। ਤਕਰੀਬਨ ਜਿਹੜਾ ਮੁੱਖ ਗੁਰਦੁਆਰਾ ਸਾਹਿਬ ਹੈ ਨਾ, ਇਹਦੇ ਤੋਂ 30 ਕਿਲੋਮੀਟਰ ਦੀ ਦੂਰੀ ਤੇ ਭੰਗਾਣੀ ਪਿੰਡ ਹੈ। ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ, ਇੱਥੇ ਹਜੂਰ ਨੇ 12 ਦਿਨਾਂ ਵਿੱਚ ਕਿਲਾ ਸਿਰਜਿਆ ਸੀ। 12 ਦਿਨਾਂ ਵਿੱਚ। ਤੇ ਉਹ ਕਿਲਾ ਅੱਜ ਉਸ ਦੀ ਕੋਈ ਯਾਦਗਾਰ ਨਹੀਂ। ਮੈਂ ਕੋਈ ਅੱਜ ਤੋਂ 30 ਸਾਲ ਪਹਿਲਾਂ ਛੋਟੀ ਮਮਟੀ ਦੇ ਦਰਸ਼ਨ ਕੀਤੇ ਸੀ। ਸ਼ਾਇਦ ਅੱਜ ਹੋਵੇ ਜਾਂ ਨਾ ਹੋਵੇ, ਡਾਢਾ ਚਿਰ ਹੋ ਗਿਆ ਹੁਣ ਦਰਸ਼ਨ ਕੀਤੇ। ਛੋਟੀਆਂ ਮਮਟੀਆਂ ਇੱਕ ਦੋ ਸੀਗੀਆਂ। ਇਹ ਕਿਲਾ ਹਜੂਰ ਦੇ ਸਿੱਖਾਂ ਨੇ ਤੇ ਮੇਦਨੀ ਪ੍ਰਕਾਸ਼ ਰਾਜੇ ਦੀ ਸਾਰੀ ਸੈਨਾ ਨੇ ਮਿਲ ਕੇ 12 ਦਿਨਾਂ ਵਿੱਚ ਸਿਰਜਿਆ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜਦੋਂ ਰਣਜੀਤ ਨਗਾਰਾ ਬਣਾਇਆ, ਰਣਜੀਤ ਨਗਾਰੇ ਦੇ ਬਣਾਉਣ ਵਿੱਚ ਮਸੰਦ ਬਹੁਤ ਜ਼ਿਆਦਾ ਜਿਹੜਾ ਸੀ ਉਹਨਾਂ ਨੇ ਚੰਗਾ ਨਹੀਂ ਮੰਨਿਆ। ਮਾਤਾ ਜੀ ਪਾਸ ਸ਼ਿਕਾਇਤਾਂ ਕੀਤੀਆਂ। ਹਜੂਰ ਦੇ ਦਰਬਾਰ ਵਿੱਚ ਵੀ ਆਖਿਆ ਕਿ ਮਹਾਰਾਜ ਇਹ ਠੀਕ ਨਹੀਂ, ਅਗੇ ਤੁਹਾਡੇ ਗੁਰੂ ਪਿਤਾ ਦਿੱਲੀ ਵਿੱਚ ਸ਼ਹੀਦ ਹੋ ਚੁੱਕੇ ਆ, ਤੁਹਾਨੂੰ ਨਗਾਰੇ ਨਹੀਂ ਵਜਾਉਣੇ ਚਾਹੀਦੇ। ਹਜੂਰ ਤਾਂ ਆਪਣੀ ਮੌਜ 'ਚ ਸੁਣਦੇ ਰਹੇ। ਸੰਗੋ ਸ਼ਾਹ ਜੀ ਨੇ ਭਰੇ ਦਰਬਾਰ ਵਿੱਚ ਆਖਿਆ, ਮਸੰਦੋ ਤੁਹਾਡਾ ਦਿਲ ਕਾਇਰ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੇ ਦਾਦਾ ਸਤਿਗੁਰੂ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਪੁਰਖਿਆਂ ਦੀ ਇਹ ਰੀਤ ਨੂੰ ਅੱਗੇ ਤੋਰਿਆ। ਹਜੂਰ ਦਾ ਵੱਜਦਾ ਹੋਇਆ ਨਗਾਰਾ ਫਤਿਹ ਦੇਵੇਗਾ। ਭਾਈ ਸੰਗੋ ਸ਼ਾਹ ਜੀ ਦੇ ਇਹ ਬਚਨ ਮਸੰਦ ਦਹਿਲ ਗਏ। ਰੋਜ਼ ਨਗਾਰਾ ਵੱਜਦਾ, ਹਜੂਰ ਜੰਗਲਾਂ ਵਿੱਚ ਸ਼ਿਕਾਰ ਖੇਡਦੇ। ਪਹਾੜੀ ਰਾਜੇ ਉਸ ਨਗਾਰੇ ਦੀ ਚੋਭ ਨੂੰ ਵੇਖ ਵੇਖ ਕੇ ਘਬਰਾਉਂਦੇ। ਛੋਟੀਆਂ ਮੋਟੀਆਂ ਮੁੱਠ ਭੇੜਾਂ ਪਹਾੜੀ ਰਾਜਿਆਂ ਨਾਲ ਹੋਈਆਂ। ਹਜੂਰ ਜਦੋਂ ਤੁਰਦੇ ਨਾ ਆਨੰਦਪੁਰ ਸਾਹਿਬ ਤੋਂ, ਰੋਜ਼ ਸਭ ਦੇ ਦਿਲਾਂ ਦੀ ਧੜਕਣ ਵਧੀ ਰਹਿੰਦੀ ਕਿ ਖਬਰੇ ਕੀ ਹੋਏਗਾ ਹੁਣ। ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਆਉਣਗੇ ਤੇ ਕਿਹੋ ਜਿਹਾ ਖਬਰ ਹੋਵੇਗੀ, ਪਤਾ ਨਹੀਂ ਕੋਈ ਪਹਾੜੀ ਰਾਜਿਆਂ ਦੀ ਸੈਨਾ ਨਾਲ ਹੀ ਕਿਤੇ ਯੁੱਧ ਨਾ ਹੋ ਜਾਵੇ। ਯੁੱਧ ਦੇ ਬੱਦਲ ਮੰਡਰਾ ਰਹੇ ਸੀ ਆਨੰਦਪੁਰ ਸਾਹਿਬ ਦੇ ਉੱਪਰ। ਉਧਰੋਂ ਰਾਜਾ ਮੇਦਨੀ ਪ੍ਰਕਾਸ਼, ਨਾਹਣ ਦਾ ਰਾਜਾ। ਅੱਜ ਵੀ ਜਦੋਂ ਤੁਸੀਂ ਚੰਡੀਗੜ੍ਹ ਤੋਂ ਕਾਲੇ ਅੰਬ ਦੇ ਰਸਤੇ ਪਾਉਂਟਾ ਸਾਹਿਬ ਨੂੰ ਜਾਓ ਤੇ ਪਾਉਂਟਾ ਸਾਹਿਬ ਤੋਂ ਥੋੜੀ ਪਹਿਲਾਂ ਹੀ ਇਹ ਨਾਹਣ ਦੀ ਪਹਾੜੀ ਆਉਂਦੀ ਹੈ। ਸਤਿਗੁਰੂ ਜੀ ਨੂੰ ਇਹਨੇ ਪੱਤਰ ਲਿਖਿਆ,
ਇਹ ਵੀ ਰਾਜਨੀਤੀ ਦੇ ਸਹਿਤ ਇਹਨੇ ਲਿਖਿਆ ਸੀਗਾ, ਕਿਉਂਕਿ ਫਤਿਹ ਸ਼ਾਹ ਸ਼੍ਰੀਨਗਰ ਦਾ ਰਾਜਾ ਤਾਕਤਵਰ ਸੀ ਤੇ ਇਹਨੂੰ ਭੈ ਸੀ ਕਿ ਰਾਜਾ ਫਤਿਹ ਸ਼ਾਹ ਮੇਰੀ ਰਿਆਸਤ ਨੂੰ ਦਬਾ ਲੈਣਾ, ਉਹਨ ਆਪਣੇ ਅਧੀਨ ਕਰ ਲੈਣਾ, ਮੇਰੀ ਰਿਆਸਤ ਖਤਮ ਹੋ ਜਾਏਗੀ। ਇਹਦੇ ਅਮੀਰਾਂ ਵਜ਼ੀਰਾਂ ਨੇ ਕਿਹਾ ਕਿ ਰਾਜਾ ਸਾਹਿਬ, ਇਸ ਸਮੇਂ ਜੇ ਧਾਂਕ ਹੈ ਨਾ ਕਿਸੇ ਦੀ, ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ। ਪਹਾੜੀ ਰਾਜ ਹੈ ਜਿਨ੍ਹਾਂ ਦਾ ਨਾਂ ਸੁਣ ਕੇ ਥਰ ਥਰ ਕੰਬਦੇ। ਤੇ ਇਉਂ ਕਰੋ, ਗੁਰੂ ਸਾਹਿਬ ਨੂੰ ਆਪਣੀ ਰਿਆਸਤ 'ਚ ਬੁਲਾਓ, ਨਾਲੇ ਮਹਾਰਾਜ ਦੇ ਚਰਨ ਪਰਸੋ, ਸੇਵਾ ਕਰੋ। ਤੇ ਜਦੋਂ ਪਤਾ ਲੱਗ ਗਿਆ ਪਹਾੜੀ ਰਾਜਿਆਂ ਨੂੰ ਕਿ ਮੇਦਨੀ ਪ੍ਰਕਾਸ਼ ਦੀ ਮਿੱਤਰਤਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੈ, ਮਰਨਾ ਫਿਰ ਕਿਸੇ ਨੇ ਤੁਹਾਡੇ ਤੇ ਚੜ੍ਹਾਈ ਕਰਕੇ, ਆਪੇ ਸਾਰੇ ਅਨੁਸਾਰੀ ਹੋ ਜਾਣਗੇ। ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਤਾਂ ਗੱਲ ਬੜੀ ਵਧੀਆ। ਇਹਨ ਫਿਰ ਪੱਤਰ ਲਿਖਿਆ ਬਹੁਤ ਨਿਮਰਤਾ ਪੂਰਵਕ। ਇਹਦੇ ਅਮੀਰ ਵਜ਼ੀਰ ਆਏ ਆਨੰਦਪੁਰ ਸਾਹਿਬ ਲੈ ਕੇ ਚਿੱਠੀ। ਹਜੂਰ ਦੇ ਦਰਬਾਰ ਵਿੱਚ ਉਹ ਪੱਤਰ ਪੜ੍ਹਿਆ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਅਸੀਂ ਵਿਚਾਰ ਕਰਾਂਗੇ। ਮਸੰਦਾਂ ਨੂੰ ਇਹ ਸੁਝਿਆ ਕਿ ਮਨ ਭਾਉਂਦੀ ਗੱਲ ਹੋ ਗਈ। ਇੱਥੇ ਖੌਰੇ ਕਦੋਂ ਮਹਾਰਾਜ ਸ਼ਾਮੀ ਤੁਰਦੇ ਆ, ਦੁਪਹਿਰੇ ਢਲਦੇ ਨਾ ਤੁਰਦੇ ਆ, ਜੰਗ ਦੇ ਆਸਾਰ ਬਣੇ ਰਹਿੰਦੇ ਆ। ਇਹ ਰਣਜੀਤ ਨਗਾਰੇ ਤੇ ਚੋਬਾਂ ਵੱਜਦੀਆਂ, ਪਹਾੜੀਆਂ ਗੂੰਜਦੀਆਂ, ਤੇ ਹੋਵੇ ਨਾ ਹੋਵੇ ਮਹਾਰਾਜ ਚਲੇ ਹੀ ਜਾਣ। ਸਤਿਗੁਰੂ ਜੀ ਨੇ ਕਿਉਂ ਅੰਤਰਜਾਮੀ ਮਹਾਰਾਜ ਜਾਣਦੇ ਆ ਸਭ ਕੁਝ, ਪਰ ਮਹਾਰਾਜ ਪਹਿਲੋਂ ਇਤਿਹਾਸ ਨੇ ਵੀ ਜ਼ਿਕਰ ਕੀਤਾ, ਮਹਾਰਾਜ ਇਨਕਾਰ ਕਰ ਦਿੱਤਾ। ਫਿਰ ਸਤਿਗੁਰੂ ਜੀ ਦੇ ਮਾਤਾ ਜੀ ਸ਼੍ਰੀ ਮਾਤਾ ਗੁਜਰ ਕੌਰ ਜੀ ਨੂੰ ਮਸੰਦਾ ਨੇ ਆਖਿਆ, ਮਾਤਾ ਜੀ ਹੁਣ ਤਾਂ ਬੜੀ ਚੰਗੀ ਗੱਲ ਬਣੀ ਹੈ, ਤੁਸੀਂ ਬੇਨਤੀ ਕਰੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਮਾਤਾ ਜੀ ਨੇ ਬੇਨਤੀ ਕੀਤੀ ਕਿ ਆਪ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹੋ, ਸੇਵਕ ਦੀ ਬੇਨਤੀ ਸੁਣਨੀ ਆਪ ਦਾ ਪਹਿਲਾ ਫਰਜ਼ ਹੈ। ਜਦੋਂ ਮਾਤਾ ਜੀ ਨੇ ਇਉਂ ਕਿਹਾ, ਸਤਿਗੁਰੂ ਜੀ ਹੱਸਦੇ ਹੋਏ ਕਹਿੰਦੇ, ਮਾਤਾ ਜੀ ਅੱਛਾ, ਜਿਹੜੀ ਜੰਗ ਤੋਂ ਸਾਰੇ ਡਰਦੇ ਆ ਉਹ ਜੰਗ ਸ਼ਾਇਦ ਉੱਥੇ ਹੀ ਹੋਵੇ। ਮਹਾਰਾਜ ਸਾਹਿਬ ਨੇ ਬਚਨ ਕਹਿ ਕੇ ਤਿਆਰਾ ਕਰਨ ਦਾ ਹੁਕਮ ਦੇ ਦਿੱਤਾ। ਹਜੂਰ ਫਿਰ ਰਸਤੇ ਵਿੱਚ ਗੁਰਦੁਆਰਾ ਨਾਢਾ ਸਾਹਿਬ ਹੈ, ਮਹਾਰਾਜ ਦੀ ਪਵਿੱਤਰ ਯਾਦਗਾਰ। ਸ਼੍ਰੋਮਣੀ ਕਮੇਟੀ ਦਾ ਹੁਣ ਪ੍ਰਬੰਧ ਹੈ, ਉੱਥੇ ਬੜਾ ਰਮਣੀਕ ਅਸਥਾਨ ਹੈ। ਹਜੂਰ ਰਸਤੇ ਵਿੱਚ ਭਾਗ ਲਾਉਂਦੇ ਹੋਏ, ਹੁਣ ਤਾਂ ਰਾਹ ਖੇੜੇ ਬਣ ਗਏ। ਅੱਜ ਤੋਂ 30-40 ਸਾਲ ਪਹਿਲਾਂ ਵੀ ਏਡਾ ਰਾਹ ਖੇੜਾ ਨਹੀਂ ਸੀ ਹੁੰਦਾ, ਬੜਾ ਜੰਗਲ ਸੀਗਾ। ਮਹਾਂਪੁਰਖ ਆਪਣੇ ਸਮੇਂ ਦਾ ਦੱਸਦੇ ਹੈ, ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ, ਕਿ ਰੁੱਖਾਂ ਦੀਆਂ ਨਿਸ਼ਾਨੀਆਂ ਰੱਖ ਰੱਖ ਕੇ ਜਥੇ ਦੇ ਸਿੰਘ ਉਸ ਜੰਗਲ ਵਿੱਚ ਦੀ ਸਫ਼ਰ ਕਰਦੇ ਹੁੰਦੇ ਸੀ ਜਦੋਂ ਪਾਉਂਟਾ ਸਾਹਿਬ ਦਰਸ਼ਨ ਕਰਨ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਾ ਮੇਦਨੀ ਪ੍ਰਕਾਸ਼ ਦੀ ਰਿਆਸਤ ਵਿੱਚ ਜਦੋਂ ਚਰਨ ਪਾਏ ਹੈ, ਸਾਧ ਸੰਗਤ ਜੀ, ਪਹਾੜੀ ਦੇ ਉੱਤੇ ਸਤਿਗੁਰੂ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤੇ ਜਿੱਥੇ ਵੀ ਸਤਿਗੁਰੂ ਜੀ ਦੇ ਸਥਾਨ ਹੈ ਨਾ, ਅੱਜ ਵੀ ਬੜੇ ਅਦੁੱਤੀ ਹੈ। ਉਹ ਕਿਉਂ? ਉਹਨਾਂ ਦੇ ਪਿੱਛੇ ਕਾਰਨ ਹੈ। ਰਾਜੇ ਮੇਦਨੀ ਪ੍ਰਕਾਸ਼ ਦੀ ਰਿਆਸਤ ਵਿੱਚ ਜਦੋਂ ਮਹਾਰਾਜ ਚਰਨ ਪਾਏ ਤੇ ਇਦੋਂ ਦੇ ਜਿਹੜੇ ਲੋਕ ਸੀ, ਉਹ ਸਾਰਾ ਸ਼ਹਿਰ ਉੱਤੇ ਵਸਿਆ ਹੋਇਆ ਪਹਾੜੀ ਤੇ। ਕਹਿੰਦੇ ਮਹਾਰਾਜ ਪੀਣ ਯੋਗ ਪਾਣੀ ਹੈ ਨਹੀਂ ਇੱਥੇ। ਸਤਿਗੁਰੂ ਜੀ ਨੇ ਤੇ ਸਮੇਂ ਪਹਾੜੀ ਤੇ ਬੌਲੀ ਖੁਦਵਾਤੀ। ਜੇ ਆਨੰਦਗੜ੍ਹ ਸਾਹਿਬ ਦਾ ਆਪ ਦਰਸ਼ਨ ਕਰੋਗੇ ਨਾ, ਕਿਲਾ ਆਨੰਦਗੜ੍ਹ ਸਾਹਿਬ ਪਹਾੜੀ ਦੇ ਉੱਤੇ ਉਸ ਸਮੇਂ ਦਾ ਬਣਿਆ ਹੋਇਆ ਕਿਲਾ। ਅੱਜ ਉਸ ਕਿਲੇ ਦੇ ਵੀ ਥੋੜੇ ਚਿੰਨ੍ਹ ਬਾਕੀ ਹੈ। ਉੱਥੇ ਵੀ ਬੌਲੀ ਸਾਹਿਬ ਸਿਰਜੀ ਹੋਈ ਹੈ ਨਾ। ਪਹਾੜੀਆਂ ਤੇ ਬੌਲੀਆਂ ਸਿਰਜਣੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹੀ ਅਦੁੱਤੀ ਕਲਾ ਵਰਤਾਈ ਹੈ। ਤੇ ਅੱਜ ਤੱਕ ਵੀ ਨਾਣ ਦੀ ਪਹਾੜੀ ਦੇ ਨੇੜੇ ਤੱਕ ਵੀ ਸਾਧ ਸੰਗਤ ਜੀ ਪਾਣੀ ਨਹੀਂ ਲੱਭਦਾ। ਬੜੇ ਬੜੇ ਯਤਨ ਕਰਕੇ ਉੱਥੇ ਪਾਣੀ ਨਹੀਂ ਪ੍ਰਾਪਤ ਹੁੰਦਾ, ਪਰ ਹਜੂਰ ਨੇ ਪਹਾੜੀ ਦੇ ਉੱਤੇ ਬੌਲੀ ਲਵਾਈ ਹੋਈ ਤੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਬੌਲੀ ਮੌਜੂਦ ਹੈ। ਉੱਥੋਂ ਦਾ ਹੀ ਜਲ ਵਰਤਦੇ ਆ ਸਾਰੇ। ਸੱਚੇ ਪਾਤਸ਼ਾਹ ਜੀ ਨੂੰ ਫਿਰ ਰਾਜਾ ਮੇਦਨੀ ਪ੍ਰਕਾਸ਼ ਨੇ ਪੁੱਛਿਆ, ਮਹਾਰਾਜ ਆਪ ਜੀ ਕਿੱਥੇ ਡੇਰਾ ਲਾਉਣਾ ਪਸੰਦ ਕਰੋਗੇ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਅੱਛਾ ਬਈ ਫਿਰ ਕੇ ਵੇਖਦੇ ਆ। ਰਾਜੇ ਕਿਹਾ, ਮਹਾਰਾਜ ਜਿਹੜੀ ਵੀ ਤੁਹਾਨੂੰ ਜਗ੍ਹਾ ਪਸੰਦ ਆਵੇ ਅਸੀਂ ਉੱਥੇ ਹੀ ਪ੍ਰਬੰਧ ਕਰ ਲਾਂਗੇ। ਸਤਿਗੁਰੂ ਜੀ ਫਿਰ ਇੱਥੇ ਜਮਨਾ ਦੇ ਤੱਟ ਤੇ ਵਿਚਰ ਰਹੇ ਸੀ। ਇਸ ਜਮਨਾ ਨਦੀ ਦੇ ਕੰਢੇ ਨੂੰ ਵੀ ਸਤਿਗੁਰੂ ਅਮਰ ਕਰਨਾ ਸੀ। ਇੱਥੇ ਘੋੜੇ ਨੇ ਆ ਕਰਕੇ ਜਦੋਂ ਪੌੜ ਮਾਰਿਆ
ਸਤਿਗੁਰੂ ਜੀ ਨੇ ਇਸ ਦਾ ਨਾਮ ਪਾਉਂਟਾ ਸਾਹਿਬ ਰੱਖਿਆ। ਮਹਾਰਾਜ ਜੀ ਨੇ ਉਤਾਰਾ ਕਰਨ ਦਾ ਹੁਕਮ ਦਿੱਤਾ। 12 ਦਿਨਾਂ ਵਿੱਚ ਕਿਲੇ ਦੀ ਸਿਰਜਣਾ ਹੋਈ। ਜਦੋਂ ਫਤਿਹ ਸ਼ਾਹ ਰਾਜੇ ਨੂੰ ਪਤਾ ਲੱਗਾ, ਸਤਿਗੁਰੂ ਜੀ ਨੇ ਇਹਨੂੰ ਕੋਲ ਬੁਲਾਇਆ, ਦਰਸ਼ਨ ਕਰਨ ਆਇਆ। ਰਾਜੇ ਮੇਦਨੀ ਪ੍ਰਕਾਸ਼ ਦੇ ਨਾਲ ਫਿਰ ਇਸ ਨੇ ਸੰਧੀ ਕਰ ਲਈ। ਦੋਹਾਂ ਦਾ ਮੇਲ ਮਿਲਾਪ ਹੋ ਕਰਾਤਾ ਮਹਾਰਾਜ ਜੀ ਨੇ। ਫਿਰ ਸਤਿਗੁਰਾਂ ਜੀ ਦੇ ਕੋਲ ਇਹਨਾਂ ਦੋਹਾਂ ਦਾ ਆਉਣਾ ਜਾਣਾ ਰਿਹਾ। ਜਦੋਂ ਇਹਨੇ 500 ਪਠਾਨ ਕੱਢ ਦਿੱਤੇ ਨੌਕਰੀਆਂ ਹੀ, ਤੇ ਪੀਰ ਬੁੱਧੂ ਸ਼ਾਹ ਜੀ ਕੋਲ ਆ ਗਏ। ਕਹਿੰਦੇ ਕਿ ਤੁਹਾਡੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਬੜੀ ਪ੍ਰੀਤ ਹੈ ਤੇ ਸਾਨੂੰ ਗੁਰੂ ਸਾਹਿਬ ਦੇ ਕੋਲ ਨੌਕਰੀ ਦਿਵਾ ਦਿਓ। ਤੇ ਪੀਰ ਬੁੱਧੂ ਸ਼ਾਹ ਜੀ ਫਿਰ ਇਹਨਾਂ ਨੂੰ ਲੈ ਕੇ ਮਹਾਰਾਜ ਕੋਲ ਆਏ। ਸਤਿਗੁਰੂ ਜੀ ਨੇ ਕਿਹਾ, ਪੀਰ ਜੀ ਤੁਸੀਂ ਜਾਮਨ ਬਣਦੇ ਹੋ ਤੇ ਅਸੀਂ ਇਹਨਾਂ ਨੂੰ ਨੌਕਰੀ ਦਿੰਨੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਪੀਰ ਬੁੱਧੂ ਸ਼ਾਹ ਜੀ ਨੇ ਤਾਂ ਭਲਾ ਹੀ ਕੀਤਾ। ਉਹਨਾਂ ਦਾ ਆਖਿਆ, ਮਹਾਰਾਜ ਜਾਮਨ ਤਾਂ ਸਭ ਦਾ ਅੱਲਾ ਹੀ ਹੈ, ਜਿਹਨੂੰ ਤੁਸੀਂ ਕਿਰਪਾ ਕਰੋ ਸਨਮੁਖ ਰੱਖੋ ਉਹ ਹੀ ਸਨਮੁਖ ਰਹਿ ਸਕਦਾ। ਇਹ ਰਮਜ ਪੀਰ ਜੀ ਨੂੰ ਵੀ ਜਿਹੜੀ ਸੀ ਉਹ ਸਮਝ ਲੱਗੀ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਵੀ ਜਨਾ ਦਿੱਤਾ। ਕਿਉਂਕਿ ਸਮਾਂ ਪੈਣ ਤੇ ਉਹ ਕਥਾ ਜਿਹੜੀ ਹੁਣ ਲੜੀਵਾਰ ਚੱਲ ਰਹੀ, ਇੱਥੇ ਪ੍ਰਸੰਗ ਆਇਆ ਹੈ। ਜਦੋਂ ਇਹ 500 ਪਠਾਨ ਮਹਾਰਾਜ ਜੀ ਨੇ ਨੌਕਰੀ ਤੇ ਰੱਖ ਲਏ ਤੇ ਗੁਰੂ ਘਰ ਦੇ ਅੰਦਰ ਫਿਰ ਇਹਨਾਂ ਨੂੰ ਸਾਰਾ ਦਰਮਾਹਾ ਲੱਗ ਗਿਆ। ਆਪੋ ਆਪਣੀਆਂ ਥਾਵਾਂ ਤੇ ਇਹ ਵਾਸ ਕਰਦੇ ਹੈ, ਗੁਰੂ ਘਰ ਚੋਂ ਤਨਖਾਹਾਂ ਪ੍ਰਾਪਤ ਕਰਦੇ ਹੈ। ਫਿਰ ਉਹ ਸਮਾਂ ਬਣਿਆ ਜਦੋਂ ਭੀਮ ਚੰਦ ਆਪਣੇ ਪੁੱਤਰ ਨੂੰ ਵਿਆਹਣ ਲਈ ਜਦੋਂ ਆਇਆ। ਇਹ ਰਸਤਾ ਸੀ ਜਿਹੜਾ ਸ਼੍ਰੀਨਗਰ ਨੂੰ ਜਾਣ ਦਾ, ਪਾਉਂਟਾ ਸਾਹਿਬ ਦੇ ਵਿੱਚ ਦੀ, ਤੇ ਜਿਹੜਾ ਹੋਰ ਰਾਹ ਜਾਂਦਾ ਸੀ ਉਹ ਬਹੁਤ ਦਿਨਾਂ ਤੋਂ ਫਿਰ ਪਹੁੰਚਣਾ ਪੈਂਦਾ ਸੀ। ਭੀਮ ਚੰਦ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਤਾਂ ਅੱਗੇ ਹੀ ਉਤਰੇ ਹੋਏ ਆ। ਆਨੰਦਪੁਰ ਸਾਹਿਬ ਤੋਂ ਯੁੱਧ ਟਲਦਾ ਕਿੱਥੇ ਆ ਗਿਆ। ਤੇ ਜੇ ਤਾਂ ਕਹਿੰਦਾ ਕਿ ਮਹਾਰਾਜ ਮੈਂ ਪੁੱਤਰ ਵਿਆਹੁਣ ਆਇਆ ਤੇ ਮੈਨੂੰ ਲੰਘ ਲੈਣ ਦਿਓ, ਤੇ ਮਹਾਰਾਜ ਕੀ ਆਖਣਾ ਸੀ ਸੱਚੇ ਪਾਤਸ਼ਾਹ ਨੇ। ਪਰ ਇਹਨ ਚਿੱਠੀ ਲਿਖੀ ਕਿ 22 ਧਾਰ ਦੇ ਰਾਜੇ ਮੇਰੇ ਨਾਲ ਹੈ, 3.5 ਲੱਖ ਫੌਜ ਹੈ, ਭਲੀ ਚਾਹੁੰਦੇ ਹੋ ਤੇ ਡੇਰਾ ਛੱਡ ਕੇ ਭੱਜ ਜਾਓ, ਨਹੀਂ ਤਾਂ ਮੈਂ ਸਾਰੀ ਦੀ ਸਾਰੀ ਤੁਹਾਡੀ ਜਿੰਨੀ ਜਾਇਦਾਦ ਹੈ, ਘੋੜੇ ਹੈ, ਸ਼ਸਤਰ ਹੈ, ਸਭ ਲੁੱਟ ਲੈਣੇ। ਹਜੂਰ ਦੇ ਦਰਬਾਰ ਵਿੱਚ ਇਹ ਪੱਤਰ ਪਹੁੰਚਿਆ। ਸੱਚੇ ਪਾਤਸ਼ਾਹ ਦੇ ਸਨਮੁਖ ਜਦੋਂ ਪੜ੍ਹਿਆ ਗਿਆ, ਸਾਧ ਸੰਗਤ ਜੀ ਸੱਚਮੁੱਚ ਫੌਜ ਤਾਂ 3.5 ਲੱਖ ਹੀ ਸੀਗੀ, ਕਿਉਂਕਿ ਗਿਣਤੀ ਇਤਿਹਾਸ ਨੇ ਕਹੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਕੇਵਲ 1700 ਘੋੜ ਸਵਾਰ ਸਨ। 1700, ਇੱਕ ਪਾਸੇ 3.5 ਲੱਖ, ਇੱਕ ਪਾਸੇ 1700। 500 ਪਠਾਨ, ਉਹ ਤਾਂ ਭਾਵੇਂ ਨਿਮਕ ਹਰਾਮੀ ਹੋਏ ਨਾ। ਤੇ ਸਤਿਗੁਰੂ ਗਰੀਬ ਨਵਾਜ਼ ਸਾਹਿਬ ਦੇ ਜਦੋਂ ਦਰਬਾਰ ਵਿੱਚ ਇਹ ਧਮਕੀ ਭਰਿਆ ਪੱਤਰ ਪੜ੍ਹਿਆ ਗਿਆ, ਸਤਿਗੁਰੂ ਜੀ ਨੇ ਉੱਤਰ ਲਿਖਵਾਇਆ ਕਿ ਭੀਮ ਚੰਦ ਰਾਜਾ, ਜੇ ਤੂੰ ਆਪਣੀ ਮਾਂ ਦੀ ਕੁੱਖ ਤੋਂ ਜਨਮ ਲਿਆ ਤੇ ਚੜ੍ਹ ਕੇ ਆ, ਫਿਰ ਤੈਨੂੰ ਦੱਸਦੇ ਆ ਕਿ ਘਾਟਾ ਕਿਵੇਂ ਲੰਘੀਦਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਨਾ ਚੰਗਾ ਵੀਰ ਰਸ ਵਾਲਾ, ਕਿ ਵੇਖ ਸਾਡੇ ਸਿੱਖਾਂ ਨੇ ਤਿਆਰੀ ਕੀਤੀ ਹੈ, ਤੇਰੀ ਬਰਾਤ ਦੀ ਪ੍ਰਾਹੁਣਚਾਰੀ ਇੱਥੇ ਹੀ ਕਰ ਦਿਆਂਗੇ। ਢਾਲਾਂ ਜਿਹੜੀਆਂ ਉਹ ਥਾਲਾਂ ਵਾਂਗ ਹੋਣਗੀਆਂ, ਗੋਲੀਆਂ ਸ਼ੱਕਰ ਪਾਰਿਆਂ ਦੀ ਤਰ੍ਹਾਂ ਵਰਤਾ ਦੇਾਂਗੇ। ਜਿਹੜੇ ਸਾਡੇ ਤੀਰ ਹੈ ਨਾ ਖੱਪਰੇ, ਇਹ ਘਿਓ ਦੇ ਜਲੇਬ ਹੀ ਹੋਣਗੇ। ਇਉਂ ਸੱਚੇ ਪਾਤਸ਼ਾਹ ਨੇ ਜਦੋਂ ਲਿਖਵਾਇਆ ਨਾ ਤੇ ਫਿਰ ਡਰ ਗਿਆ। ਹਿੰਮਤ ਨਾ ਪਵੇ ਬੇੜੀਆਂ ਪਾਉਣ ਦੀ, ਕਿਉਂਕਿ ਅਗਲੇ ਪਾਸੇ ਹਜੂਰ ਦਾ ਵਾਸ ਹੈ, ਕਿਲਾ ਬਣਿਆ ਹੋਇਆ। ਬੇੜੀਆਂ ਰਾਹੀਂ ਪਾਰ ਹੋਣਾ ਸੀ। ਤੇ ਜੇ ਭਾਵੇਂ ਕਿ ਸਤਿਗੁਰੂ ਜੀ ਤਾਂ ਨਿਰਣਾਇਕ ਯੁੱਧ ਕਰਦੇ ਐ, ਡਰ ਗਏ ਸਾਰੇ ਪਹਾੜੀ ਰਾਜੇ ਕਿ ਬੇੜੀਆਂ ਤੇ ਚੜੇ ਤੇ ਕਿਲੇ ਚੋਂ ਗੋਲੀਆਂ ਵਰਾਤੀਆਂ, ਕਿਸੇ ਵੀ ਸਬੂਤਾ ਪਾਰ ਨਹੀਂ ਹੋਣਾ। ਫਿਰ ਕਿੰਨੇ ਦਿਨ ਉੱਥੇ ਸੋਚ ਵਿਚਾਰਾਂ ਕਰਦੇ ਰਹੇ, ਕੀ ਕਰੀਏ ਕੀ ਕਰੀਏ। ਫਿਰ ਰਾਜਿਆਂ ਨੇ ਸਲਾਹ ਕਰਕੇ ਆਖਿਆ, ਭੀਮ ਚੰਦ ਰਾਜਾ ਹੋਰ ਕੋਈ ਵਾਹ ਨਹੀਂ, ਆਪਾਂ ਰਾਹ ਬਦਲ ਕੇ ਚੱਲੀਏ, ਫਿਰ ਵੇਖਾਂਗੇ ਵਿਆਹ ਕਰੀਏ। ਇਹ ਭੀਮ ਚੰਦ ਰਾਜਾ ਕਹਿੰਦਾ ਕਿ ਉਦੋਂ ਤੱਕ ਤਾਂ ਵਿਆਹ ਦਾ ਸਾਹਾ ਕੱਢਿਆ ਹੀ ਟਲ ਜਾਣਾ, ਫਿਰ ਵਿਆਹ ਕਿਵੇਂ ਕਰ ਸਕਾਂਗੇ।
ਕਿਉਂਕਿ ਇਹਨਾਂ ਦੇ ਮਤ ਮੁਤਾਬਕ ਉਹ ਸਮਾਂ ਕੱਢਿਆ ਹੋਇਆ, ਸਾਹਾ ਕੱਢਿਆ ਹੋਇਆ, ਉਹਦੇ ਮੁਤਾਬਕ ਚੱਲਦੇ ਆ। ਫਿਰ ਇਹਦਾ ਪੰਮਾ ਵਜ਼ੀਰ ਸੀ, ਉਹ ਕਹਿਣ ਲੱਗਾ ਕਿ ਇਹ ਜਿਵੇਂ ਅੰਬੈਸੀਆਂ ਨਹੀਂ ਅੱਜ ਹੁੰਦੀਆਂ, ਇਵੇਂ ਰਾਜਿਆਂ ਦੇ ਦੂਤ ਦੂਜੇ ਰਾਜਿਆਂ ਦੇ ਰਾਜਾਂ ਵਿੱਚ ਰਹਿੰਦੇ ਹੁੰਦੇ ਸੀ। ਇਹ ਪੰਮਾ ਵਜ਼ੀਰ ਉਹ ਹੈ ਜਿਹੜਾ ਭੀਮ ਚੰਦ ਰਾਜੇ ਦਾ ਰਾਜਦੂਤ ਬਣ ਕੇ ਹਜੂਰ ਦੇ ਕੋਲ ਆਨੰਦਪੁਰ ਸਾਹਿਬ ਰਹਿੰਦਾ ਹੁੰਦਾ ਸੀ, ਤੇ ਇਹ ਰੋਜ਼ ਦੀ ਪ੍ਰਕਿਰਿਆ ਵੇਖਦਾ ਰਹਿੰਦਾ ਸੀ। ਇਹਨੂੰ ਪਤਾ ਕੀ ਆਖਿਆ, ਕਹਿੰਦਾ ਭੀਮ ਚੰਦ ਰਾਜਾ ਤੂੰ ਐਂ ਕਰ, ਮੈਂ ਤੇਰੇ ਪੁੱਤਰ ਨੂੰ ਨਾਲ ਲੈ ਕੇ ਇਹ ਨਦੀ ਲੰਘ ਜਾਣਾ ਤੇ ਇਹਨੂੰ ਮੈਂ ਸਮੇਂ ਸਿਰ ਉੱਥੇ ਲੈ ਜਾਵਾਂਗਾ। ਭੀਮ ਚੰਦ ਰਾਜਾ ਕਹਿੰਦਾ ਤੂੰ ਮੂਰਖ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੇਰਾ ਪੁੱਤਰ ਜਾਣ ਕੇ ਜੇ ਇਹਨੂੰ ਕੈਦ ਪਾ ਲਿਆ ਤੇ ਸਾਡਾ ਉੱਥੇ ਉੱਤੋਂ ਦੀ ਵੜ ਕੇ ਗਿਆ ਦਾ ਵੀ ਕੀ ਲਾਭ ਹੈ, ਅਸੀਂ ਉੱਥੇ ਕੀ ਕਰਾਂਗੇ ਜੇ ਪੁੱਤਰ ਹੀ ਕੈਦ ਪਾ ਲਿਆ ਤਾਂ। ਪੰਮਾ ਵਜ਼ੀਰ ਕਹਿੰਦਾ ਭੀਮ ਚੰਦ ਰਾਜਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇਰਾ ਪੁੱਤਰ ਕੈਦ ਨਹੀਂ ਪਾਉਣਗੇ। ਉਹ ਕਹਿੰਦਾ ਤੇਰੇ ਕੋਲ ਕੀ ਇਸ ਗੱਲ ਦੀ ਗਰੰਟੀ ਹੈ? ਕੀ ਤੂੰ ਆਪਣੇ ਮਨ ਵਿੱਚ ਇਹ ਸੋਚਦਾ ਹੈ ਕਿ ਗੁਰੂ ਸਾਹਿਬ ਜੇ ਮੇਰੇ ਨਾਲ ਇੰਨਾ ਵੈਰ ਕਰਦੇ ਆ, ਮੂਰਖੇ ਨਹੀਂ ਜਾਣਦਾ ਕਿ ਸਤਿਗੁਰੂ ਤੇਰੇ ਨਾਲ ਵੈਰ ਨਹੀਂ ਕਰਦੇ, ਸਗੋਂ ਕਿ ਤੂੰ ਸਤਿਗੁਰੂ ਨਾਲ ਵੈਰ ਕਰ ਰਿਹਾ। ਇਹਦੀ ਪਟਰਾਣੀ ਨੇ ਵੀ ਆਖਿਆ ਸੀ, ਜਦੋਂ ਪੁੱਤਰ ਦਾ ਵਿਆਹ ਧਰ ਦਿੱਤਾ ਸੀ ਤੇ ਉਧਰੋਂ ਇਹ ਉਦੋਂ ਹੀ ਚੜ੍ਹਾਈ ਕਰਨ ਨੂੰ ਤਿਆਰ ਹੋਇਆ ਤੇ ਉਹਨੇ ਕਿਹਾ ਕਿ ਜਿਨ੍ਹਾਂ ਸਤਿਗੁਰਾਂ ਦੇ ਦਾਦਾ ਜੀ ਨੇ ਤੁਹਾਡੇ ਦਾਦੇ ਨੂੰ ਗਵਾਲੀਅਰ ਦੇ ਵਿੱਚੋਂ ਰਿਹਾ ਕਰਾਇਆ ਹੋਵੇ, ਜ਼ਿੰਦਗੀ ਦਿੱਤੀ ਹੋਵੇ, ਤੁਸੀਂ ਉਹਨਾਂ ਦੇ ਉੱਤੇ ਚੜ੍ਹਾਈ ਕਰਨ ਲੱਗੇ ਹੋ, ਚੰਗਾ ਬਜਾਨਾ ਚੁਕਾਉਣ ਲੱਗੇ ਹੋ। ਉਦੋਂ ਇਹ ਭੀਮ ਚੰਦ ਟਲ ਗਿਆ ਸੀ ਆਪਣੀ ਪਟਰਾਣੀ ਦੇ ਕਰਕੇ। ਤੇ ਜਦੋਂ ਪੰਮੇ ਵਜ਼ੀਰ ਦੇ ਆਖੇ ਲੱਗ ਕੇ ਆਖਰ ਆਪਣਾ ਫਿਰ ਪੁੱਤਰ ਤੋਰ ਦਿੱਤਾ, ਅੱਗੋਂ ਸਿੱਖ ਵੀ ਤਿਆਰ ਪਰ ਤਿਆਰ ਖੜੇ ਸੀ। ਮਹਾਰਾਜ ਦੇ ਅੱਗੇ ਖਬਰ ਦਿੱਤੀ, ਮਹਾਰਾਜ ਉਹ ਪੰਮਾ ਵਜ਼ੀਰ ਆਉਂਦਾ, ਭੀਮ ਚੰਦ ਦੇ ਪੁੱਤਰ ਨੂੰ ਲਈ ਆਉਂਦਾ। ਹਜੂਰ ਕਹਿੰਦੇ ਪਕੜ ਲਓ। ਮਹਾਰਾਜ ਦੇ ਦਰਬਾਰ 'ਚ ਪੇਸ਼ ਕੀਤਾ। ਪੰਮੇ ਵਜ਼ੀਰ ਨੇ ਜਾਂਦੇ ਹੀ ਮਹਾਰਾਜ ਦੇ ਚਰਨ ਪਕੜ ਲਏ, ਮੱਥਾ ਟੇਕਿਆ। ਸਤਿਗੁਰੂ ਗਰੀਬ ਨਵਾਜ ਕਹਿੰਦੇ ਪੰਮਿਆ ਤੂੰ ਇਹਦੇ ਪੁੱਤਰ ਨੂੰ ਲੈ ਕੇ ਇੱਧਰ ਦੀ ਆ ਗਿਆ, ਦੱਸਿਆ ਵੀ ਨਹੀਂ ਤੁਸਾਂ। ਕਹਿੰਦਾ ਮਹਾਰਾਜ ਤੁਹਾਡਾ ਬਿਰਦ ਗਰੀਬ ਨਵਾਜ ਹੈ, ਆਪ ਸਾਨੂੰ ਕਿਰਪਾ ਕਰਕੇ ਬਖਸ਼ ਲਓ। ਭੀਮ ਚੰਦ ਦਾ ਪੁੱਤਰ ਕੀ ਤੁਹਾਡਾ ਪੁੱਤਰ ਕੀ ਮਹਾਰਾਜ ਇਹ ਜਾਣ ਕੇ ਬਖਸ਼ ਲਓ। ਹਜੂਰ ਹੱਸ ਪਏ। ਮਹਾਰਾਜ ਕਹਿੰਦੇ ਜੇ ਹੁਣ ਕੈਦ ਪਾ ਲਈਏ ਤੇ ਭੀਮ ਚੰਦ ਪੁੱਤਰ ਨੂੰ ਤੇ ਤੂੰ ਕੀ ਕਰ ਸਕਦਾ? ਕਹਿੰਦਾ ਮਹਾਰਾਜ ਮੈਨੂੰ ਇਹ ਪਤਾ ਹੈ ਕਿ ਤੁਸੀਂ ਇਉਂ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਜੇ ਕਰ ਲਈਏ ਤਾਂ? ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡਾ ਆਸਰਾ ਤੱਕ ਕੇ ਆਇਆ, ਜੇ ਹੁਣ ਤੁਸੀਂ ਕੈਦ ਪਾ ਲਓਗੇ ਤਾਂ ਮੇਰਾ ਕੀ ਜ਼ੋਰ ਹੈ, ਪਰ ਮੈਂ ਤਾਂ ਇਹ ਨਿਸ਼ਚਾ ਰੱਖ ਕੇ ਆਇਆ ਕਿ ਤੁਸੀਂ ਇਉਂ ਨਹੀਂ ਕਰੋਗੇ। ਮਹਾਰਾਜ ਕਿਰਪਾ ਕਰਕੇ ਸਾਨੂੰ ਹੁਣ ਜਾਣ ਦਿਓ, ਕਿਉਂਕਿ ਆਨੰਦਪੁਰ ਸਾਹਿਬ ਰਹਿੰਦਾ ਹੋਇਆ ਸਤਿਗੁਰੂ ਦੇ ਬਿਰਦ ਤੋਂ ਜਾਣੂ ਸੀ ਕਿ ਜਿਹੜਾ ਗਰੀਬ ਬਣ ਕੇ ਮਹਾਰਾਜ ਦੇ ਚਰਨਾਂ ਤੇ ਢਹਿ ਪੈਂਦਾ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣਾ ਹਸਤ ਕਮਲ ਉਹਦੇ ਸਿਰ ਤੇ ਹੀ ਧਰ ਦਿੰਦੇ। ਜੇਕਰ ਕਿ ਸੁੱਧ ਮਨ ਦੇ ਨਾਲ ਮਹਾਰਾਜ ਦੇ ਚਰਨਾਂ ਤੇ ਡਿੱਗ ਪਵੇ ਤੇ ਫਿਰ ਤਾਂ ਸੱਚੇ ਪਾਤਸ਼ਾਹ ਆਪਣਾ ਆਪ ਹੀ ਨਿਸ਼ਾਵਰ ਕਰ ਦਿੰਦੇ। ਇਹ ਗੁਰੂ ਸਾਹਿਬ ਦੇ ਬਿਰਦ ਤੋਂ ਜਾਣੂ ਸੀਗਾ। ਇਹ ਫਿਰ ਮਹਾਰਾਜ ਦਾ ਇਹਨਾਂ ਦੋਹਾਂ ਨੂੰ ਛੱਡਣਾ, ਇਹਨਾਂ ਦਾ ਉੱਥੇ ਪਹੁੰਚਣਾ। ਇਧਰੋਂ ਫਤਿਹ ਸ਼ਾਹ ਦੀ ਹੁਣ ਇੰਨੀ ਮਿੱਤਰਤਾ ਸੀ, ਮਹਾਰਾਜ ਨੇ ਤੰਬੋਲ ਤੇ ਉਹ ਚੰਦਨ ਦੀ ਚੌਂਕੀ, ਰਾਜਾ ਰਤਨ ਰਾਏ ਦੀਆਂ ਵਡਮੁੱਲੀਆਂ ਚੀਜ਼ਾਂ ਇਹ ਭੇਜੀਆਂ ਸੀ। ਉਹ ਦੀਵਾਨ ਨੰਦ ਚੰਦ ਜੀ ਦਾ ਉੱਥੇ ਜਾਣਾ, ਜਦੋਂ ਤੁਰਨਾ ਸੀ ਆਖਿਆ ਮਹਾਰਾਜ ਉੱਥੇ ਤਾਂ ਭੀਮ ਚੰਦ ਨੇ ਵੀ ਆਉਣਾ ਤੇ ਜੇ ਕਰਕੇ ਕੋਈ ਇਹੋ ਜਿਹਾ ਸਮਾਂ ਬਣ ਗਿਆ, ਦਇਆਰਾਮ ਪੁਰੋਹਿਤ ਸੀ ਨਾਲ, 500 ਸਿੱਖ ਮਹਾਰਾਜ ਦਿੱਤੇ ਸੀ। ਗੁਰੂ ਮਹਾਰਾਜ ਆਖਿਆ ਕਿ ਇਹ ਦੀਵਾਨ ਨੰਦ ਚੰਦ ਜਦੋਂ ਤੁਹਾਨੂੰ ਕੋਈ ਰਾਹ ਨਾ ਦਿਸੇ ਕਿ ਸਾਰੇ ਰਾਹ ਬੰਦ ਹੋ ਗਏ ਐ, ਗੁਰੂ ਨਾਨਕ ਸਾਹਿਬ ਦਾ ਨਾਮ ਲਿਓ, ਸਾਰੇ ਰਾਹ ਖੁੱਲ ਜਾਣਗੇ। ਇਹ ਸਤਿਗੁਰਾਂ ਬਚਨ ਕੀਤਾ, ਤੋਰਨ ਲੱਗਿਆ। ਇਹਨਾਂ ਨੇ ਆ ਕੇ ਸਮੇਂ ਨੂੰ ਵਿਚਾਰਦਿਆਂ ਪੌਂਟਾ ਸਾਹਿਬ ਦੇ ਰਸਤੇ ਤੇ ਸ਼੍ਰੀਨਗਰ ਵਿੱਚ ਇੱਕ ਬਾਰ-ਬਾਰ ਬਾਗ ਸੀ, ਉੱਥੇ ਉਤਾਰਾ ਕਰ ਲਿਆ ਕਿ ਜੇ ਕੋਈ ਮੌਕਾ ਇਹੋ ਜਿਹਾ ਇਹਨਾਂ ਦੀ ਨਿਗਾਹ ਭੈੜੀ ਵੇਖੀ ਤੇ ਇਧਰੋਂ ਬਾਰ-ਬਾਰ ਨਿਕਲਣਾ ਸੌਖਾ ਹੋਊਗਾ। ਉਹਨਾਂ ਬਥੇਰਾ ਕਿਹਾ ਫਤਿਹ ਸ਼ਾਹ ਨੇ ਕਿ ਅਸੀਂ ਤੁਹਾਡਾ ਅੰਦਰ ਕਿਲੇ 'ਚ ਉਤਾਰਾ ਕਰਾਉਣਾ ਹੈ। ਦੀਵਾਨ ਨੰਦ ਚੰਦ ਜੀ ਨੀਤੀ ਨੂੰ ਵਿਚਾਰਦਿਆਂ ਕਹਿੰਦੇ ਨਹੀਂ, ਅਸੀਂ ਬਾਹਰ ਠੀਕ ਹਾਂ,
ਰਾਜਾ ਸ਼ੇਰ ਜੰਗਲਾਂ 'ਚ ਠੀਕ ਲੱਗਦੇ, ਅੰਦਰ ਨਹੀਂ ਠੀਕ ਲੱਗਦੇ। ਇਉਂ ਆਪਣੀ ਪੱਖ ਨੂੰ ਮਜ਼ਬੂਤ ਰੱਖਦਿਆਂ ਹੋਇਆਂ ਬਾਹਰ ਹੀ ਉਤਾਰਾ ਕੀਤਾ। ਤੇ ਜਦੋਂ ਭੀਮ ਚੰਦ ਆਇਆ, ਸਾਰਿਆਂ ਦੇ ਭੇਜੇ ਹੋਏ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੀ ਦਿਖਾਲੀ ਪੈ ਰਹੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਭੇਜਿਆ ਹੋਇਆ ਇਹ ਜਿਹੜਾ ਸੀ ਨਾ ਸਾਜੋ ਸਮਾਨ, ਉਹਦੇ ਸਾਹਮਣੇ ਜਦੋਂ ਆਏ, ਜਿੱਥੇ ਦਇਆ ਰਾਮ ਪੁਰੋਹਿਤ ਖੜੇ ਸੀ, ਦੀਵਾਨ ਨੰਦ ਚੰਦ ਜੀ ਖੜੇ ਸੀ, ਤੇ ਜਿਹੜਾ ਨਕੀਬ ਸੀ, ਪਾਠ ਸੀ, ਉਹਨੇ ਉੱਚੀ ਪੁਕਾਰ ਕੇ ਕਿਹਾ, ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤਿਨਾਂ ਦੇ ਸਪੁੱਤਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ, ਉਹਨਾਂ ਵੱਲੋਂ ਭੇਜਿਆ ਹੋਇਆ 9 ਲੱਖਾ ਤੰਬੋਲ, ਇਹੋ ਜਿਹੇ ਚੰਦਨ ਦੀ ਚੌਂਕੀ। ਜਦੋਂ ਉੱਚੀ ਪੁਕਾਰ ਕੇ ਉਸ ਬੋਲਿਆ ਤੇ ਭੀਮ ਚੰਦ ਨੂੰ ਲੱਗ ਗਈ ਅੱਗ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮੇਰਾ ਨਾਤੀ ਇੰਨਾ ਉਧਰ ਪ੍ਰੇਮ ਰੱਖ ਰਿਹਾ। ਉਸੇ ਸਮੇਂ ਰੁੱਸ ਗਿਆ, ਉਹਦਾ ਮੂੰਹ ਹੀ ਹੋਰ ਹੋ ਗਿਆ। ਦੀਵਾਨ ਨੰਦ ਚੰਦ ਜੀ ਨੇ ਤਾੜ ਲਿਆ ਵੀ ਕੰਮ ਹੋ ਗਿਆ ਖਰਾਬ। ਸਿੱਖਾਂ ਨੂੰ ਕਿਹਾ ਕਰ ਲੋ ਸਭ ਕੁਝ ਇਕੱਠਾ, ਇੱਥੇ ਨਹੀਂ ਆਪਾਂ ਕੁਝ ਵੀ ਛੱਡ ਕੇ ਜਾਣਾ। ਉਦੋਂ ਸਿੱਖਾਂ ਨੇ ਮੌਕਾ ਤਾੜ ਕੇ ਇਕੱਠਾ ਕਰਨਾ ਸ਼ੁਰੂ ਕਰਤਾ ਸਭ ਕੁਝ। ਤੇ ਇਧਰੋਂ ਭੀਮ ਚੰਦ ਜਿਹੜਾ ਰੁੱਸਿਆ ਹੋਇਆ ਕਹਿੰਦਾ ਫਤਿਹ ਸ਼ਾਹ ਨੂੰ, ਮੈਂ ਤਾਂ ਤੇਰੀ ਲੜਕੀ ਦਾ ਡੋਲਾ ਨਹੀਂ ਲੈ ਕੇ ਜਾਣਾ, ਛੱਡ ਦੇਣਾ ਨਾਤਾ ਤੁਹਾਡਾ। ਉਹ ਫਤਿਹ ਸ਼ਾਹ ਕਹਿੰਦਾ ਹੈ ਕਿ ਮੈਂ ਗੁਰੂ ਸਾਹਿਬ ਨਾਲ ਵਿੱਚ ਪੈ ਕੇ ਗੱਲ ਕਰਾ ਦਿੰਦਾ ਤੇ ਤੁਸੀਂ ਗੁਰੂ ਸਾਹਿਬ ਨਾਲ ਵੈਰ ਨਾ ਕਰੋ। ਸਤਿਗੁਰੂ ਤਾਂ ਸਰਬੱਤ ਦਾ ਭਲਾ ਲੋਚਦੇ, ਉਹਨਾਂ ਕਿਹੜੀ ਕੋਈ ਰਿਆਸਤ ਕਾਇਮ ਕਰਨੀ ਹੈ। ਪਰ ਭੀਮ ਚੰਦ ਜਿਹਦੇ ਮਨ 'ਚ ਈਰਖਾ ਹੀ ਵਸੀ ਹੋਈ ਸੀ, ਉਹ ਕਿਸੇ ਵੀ ਹਾਲਤ ਵਿੱਚ ਮੰਨਿਆ ਨਾ। ਜਦੋਂ ਨਾ ਮੰਨਿਆ ਉੱਠ ਚੱਲਿਆ। ਇੰਨੀ ਵਾਰਤਾਲਾਪ ਦੇ ਵਿੱਚ ਦੀਵਾਨ ਨੰਦ ਚੰਦ ਜੀ ਨੂੰ ਮੌਕਾ ਮਿਲ ਗਿਆ ਆਪਣੇ ਆਸਣ ਬਾਗ ਤੱਕ ਜਾਣ ਦਾ। ਤੇ ਜਾਂਦਿਆਂ ਹੀ ਸਿੱਖਾਂ ਨੂੰ ਕਿਹਾ ਕਿ ਨਗਾਰੇ ਤੇ ਚੋਮ ਮਾਰ ਦਿਓ, ਘੋੜਿਆਂ ਤੇ ਕਾਠੀਆਂ ਪਾ ਦਿਓ। ਅਜੇ ਤਿਆਰੀ ਕਰ ਹੀ ਰਹੇ ਸੀ ਤੇ ਇਧਰੋਂ ਫਤਿਹ ਸ਼ਾਹ ਰਾਜੇ ਨੇ ਵੇਖਿਆ ਕਿ ਆਪਜਸ ਹੋਊਗਾ, ਹੁਣ ਲੜਕੀ ਦਾ ਡੋਲਾ ਛੱਡ ਚੱਲਿਆ। ਤੇ ਫਿਰ ਨਾ ਚਾਹੁੰਦਿਆਂ ਹੋਇਆਂ ਵੀ ਉਹਨੂੰ ਕਿਹਾ ਕਿ ਅੱਛਾ ਜੇ ਤੁਹਾਡੀ ਇਹੀ ਮਰਜ਼ੀ ਹੈ ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਉਂ ਡੋਲਾ ਨਾ ਛੱਡ ਕੇ ਜਾਓ। ਜਦੋਂ ਭੀਮ ਚੰਦ ਵੇਖਿਆ ਕਿ ਹੁਣ ਮੇਰੀ ਗੱਲ ਮੰਨ ਗਿਆ, ਕਹਿੰਦਾ ਹੁਣੇ ਰੋਕੋ, ਸਾਰੀਆਂ ਚੀਜ਼ਾਂ ਖੋਲੋ ਤੇ ਸਿੱਖਾਂ ਦਾ ਕਤਲ ਕਰ ਦਿਓ, ਜਿੰਨੇ ਆਏ ਇੱਥੇ ਪਕੜ ਕੇ ਮਾਰੋ ਉਹਨਾਂ ਨੂੰ। ਬਹੁਤ ਤੇਜ਼ੀ ਦੇ ਨਾਲ ਫੌਜ ਜਿਹੜੀ ਹੈ ਚੜ ਪਈ। ਇੱਕ ਵਾਰ ਧੂੜ ਜਿਹੜੀ ਸੀ ਨਾ ਘੋੜਿਆਂ ਦੀਆਂ ਟਾਪਾਂ ਨਾਲ ਆਕਾਸ਼ ਨੂੰ ਚੜੀ। ਬਾਗ ਵਿੱਚ ਬੈਠੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਫੌਜ ਚੜ ਆਈ। ਅੱਗੋਂ ਘਾਟਾ ਜਿਹੜਾ ਨਾ ਪਹਾੜਾਂ ਦੇ ਵਿੱਚ ਦੀ ਰਸਤਾ ਹੋਵੇ ਉਹਨੂੰ ਘਾਟਾ ਕਹਿੰਦੇ ਆ। ਇਹਨਾਂ ਨੇ ਪਹਾੜੀ ਰਾਜਿਆਂ ਕਿਹਾ ਕਿ ਜਾਓ ਜਾ ਕੇ ਘਾਟਾ ਰੋਕ ਲਓ। ਜਦੋਂ ਇਹ ਘਾਟਾ ਰੋਕਣ ਵਾਸਤੇ ਚੜ ਪਈ ਇੰਨੀ ਜ਼ਿਆਦੀ ਫੌਜ, ਤੇ ਇਧਰੋਂ ਸਿੱਖਾਂ ਨੇ ਕਾਠੀਆਂ ਪਾ ਲਈਆਂ ਸੀ। 100 ਘੋੜਾ ਕਿਸੇ ਵਪਾਰੀ ਨੇ ਇੱਥੇ ਹੀ ਭੇਟ ਕੀਤਾ ਸੀ ਤੇ 500 ਸਵਾਰ ਤੇ 100 ਘੋੜਾ ਨਾਲ ਕਰ ਲਿਆ ਲਾਰ। ਲਾਰ ਕਰਨਾ ਹੁੰਦਾ ਇੱਕ ਸਵਾਰ ਹੁੰਦਾ ਤੇ ਇੱਕ ਘੋੜਾ ਨਾਲ ਪਕੜ ਲੈਣਾ, ਉਹਨੂੰ ਕਹਿੰਦੇ ਘੋੜਾ ਲਾਰ ਕੀਤਾ। ਉਥੋਂ ਤੁਰਨਾ ਸੀ ਤੇ ਦੀਵਾਨ ਨੰਦ ਚੰਦ ਜੀ ਨੇ ਵੇਖਿਆ ਘਾਟਾ ਰੁਕ ਗਿਆ, ਫੌਜ ਚੜ ਆਈ ਹੈ, ਹੁਣ ਤਾਂ ਕੋਈ ਹਿਲਾ ਨਹੀਂ ਰਿਹਾ। ਜਦੋਂ ਇਉਂ ਬੜਾ ਫਿਕਰ ਕੀਤਾ ਕਿ ਹੁਣ ਕੀ ਹੋਵੇਗਾ, ਫਿਰ ਦਇਆ ਰਾਮ ਪੁਰੋਹਿਤ ਨੇ ਆਖਿਆ ਦੀਵਾਨ ਜੀ, ਸਤਿਗੁਰਾਂ ਜੀ ਨੇ ਤੁਰਨ ਲੱਗਿਆ ਆਖਿਆ ਸੀ ਗੁਰੂ ਨਾਨਕ ਸਾਹਿਬ ਦਾ ਨਾਂ ਲਿਓ, ਜਦੋਂ ਸਾਰੇ ਰਾਹ ਬੰਦ ਹੋ ਜਾਣਗੇ ਨਾ ਉਦੋਂ ਗੁਰੂ ਨਾਨਕ ਸਾਹਿਬ ਦਾ ਨਾਂ ਉਚਾਰੋਗੇ, ਸਾਰੇ ਰਾਹ ਖੁੱਲ ਜਾਣਗੇ। ਜਦੋਂ ਦੀਵਾਨ ਨੰਦ ਚੰਦ ਜੀ ਨੇ ਸ਼ਬਦ ਸੁਣਿਆ, ਜਿਵੇਂ ਕਿਸੇ ਨੂੰ ਗਵਾਚਾ ਧਨ ਲੱਭ ਪੈਂਦਾ, ਇੰਨੀ ਖੁਸ਼ੀ ਹੋਈ। ਉੱਚੀ ਸਾਰੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਜਕਾਰੇ ਛੱਡ ਦਿੱਤੇ ਤੇ ਘਾਟੇ ਚੋਂ ਇੱਕੋ ਵਾਰ ਜਦੋਂ ਨਿਕਲੇ ਨਾ ਜਕਾਰੇ ਛੱਡਦੇ ਹੋਏ, ਇੰਨੀ ਤੇਜ਼ੀ ਦੇ ਨਾਲ ਘੋੜਾ 600 ਘੋੜਾ ਜਦੋਂ ਬਾਗ ਚੋਂ ਨਿਕਲਿਆ ਤੇ ਪਹਾੜੀਆਂ ਨੂੰ ਲੱਗਿਆ ਕਿ ਖਰੇ ਕਿੰਨੀ ਕੁ ਸੈਨਾ ਸਿੱਖਾਂ ਦੀ ਚੜ੍ਹ ਆਈ। ਕੁਝ ਜਦੋਂ ਨਿਰੰਕਾਰ ਵੱਲ ਹੋਵੇ ਤਾਂ ਫਿਰ ਕਿਹੋ ਜਿਹੇ ਭਰਮ ਦੁਸ਼ਮਣਾਂ ਨੂੰ ਪੈ ਜਾਂਦੇ ਆ। ਸਿੱਖ ਜਕਾਰੇ ਛੱਡਦੇ ਹੋਏ ਘਾਟੇ ਵੱਲ ਨੂੰ ਵਧੇ, ਧੂੜ ਆਕਾਸ਼ ਨੂੰ ਚੜੀ। ਜਿੰਨੀ ਕੁ ਫੌਜ ਨੇ ਆ ਕੇ ਘਾਟਾ ਰੋਕਿਆ ਸੀ ਨਾ, ਪਿੱਛੋਂ ਫੌਜ ਹੋਰ ਪਹੁੰਚੀ ਨਹੀਂ ਸੀ। ਸਿੱਖਾਂ ਦਾ 500 ਦਾ ਦਲ ਤੇ ਐ ਵਧਿਆ ਜਿਵੇਂ ਹੜ੍ਹ ਆ ਗਿਆ ਹੁੰਦਾ ਹੈ। ਉਹ ਘਾਟੇ ਵਾਲੇ ਸਾਰੇ ਡਰਦੇ ਭੱਜ ਗਏ।
ਘਾਟਾ ਹੋ ਗਿਆ ਖਾਲੀ, ਤੇ ਦੀਵਾਨ ਨੰਦ ਚੰਦ ਜੀ ਸਮੇਤ ਸਿੱਖਾਂ ਦੇ ਕਿਸੇ ਨੂੰ ਖਰੋਚ ਵੀ ਨਹੀਂ ਆਈ ਤੇ ਪਾਉਂਟਾ ਸਾਹਿਬ ਆ ਗਏ। ਜਦੋਂ ਆ ਗਏ ਤੇ ਆ ਕੇ ਦੱਸਿਆ ਮਹਾਰਾਜ ਫੌਜ ਪਿੱਛੇ ਹੀ ਆ ਰਹੀ ਹੈ, ਬਸ ਜੰਗ ਦੀ ਹੁਣ ਤਿਆਰੀ ਕਰੋ। ਸਤਿਗੁਰਾਂ ਜੀ ਨੇ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਦੇ ਉੱਤੇ ਜੰਗ ਦੇ ਬੱਦਲ ਮੰਡਰਾ ਰਹੇ ਆ, ਫਿਰ ਸਾਧ ਸੰਗਤ ਜੀ ਪਤਾ ਲੱਗਦਾ ਹੈ ਕਿ ਸਿੱਖੀ ਕਿਹਦੇ ਵਿੱਚ ਹੈ। ਕਿਉਂਕਿ ਕੜਾਹ ਪ੍ਰਸ਼ਾਦ ਛਕਦਿਆਂ ਤੇ ਆਪਾਂ ਸਾਰੇ ਕਹਿੰਦੇ ਮਹਾਰਾਜ ਕੰਮ ਪਿਆ ਤਾਂ ਦੱਸਿਓ। ਫਿਰ ਜਦੋਂ ਕੰਮ ਪਿਆ, ਉਦਾਸੀਆਂ ਦਾ ਸਾਰਾ ਹੀ ਡੇਰਾ ਵਿਹਲਾ ਹੋ ਗਿਆ ਰਾਤੋਂ ਰਾਤ। ਮਹਾਰਾਜ ਦੇ ਕੋਲ ਖਬਰ ਆਈ, ਸੱਚੇ ਪਾਤਸ਼ਾਹ ਉਦਾਸੀ ਤਾਂ ਭੱਜ ਗਏ। ਮਹਾਰਾਜ ਕਹਿੰਦੇ ਵੇਖੋ ਕੋਈ ਜੜ ਰਹਿ ਗਈ ਹੈ ਕਿ ਜਾਂ ਬੀਜ ਹੀ ਨਾਸ਼ ਹੋ ਗਿਆ। ਇਹ ਸਤਿਗੁਰਾਂ ਨੇ ਵਾਕ ਕਹੇ ਸੀ। ਜਾ ਕੇ ਵੇਖਿਆ, ਆਖਿਆ ਮਹਾਰਾਜ ਇੱਕ ਮਹੰਤ ਬੈਠਾ ਹੈ, ਬੜਾ ਤੇਜ਼ ਤਪ ਹੈ ਮਸਤਕ ਦੇ ਉੱਤੇ। ਸੱਚੇ ਪਾਤਸ਼ਾਹ ਸਮਾਧੀ ਵਿੱਚ ਜੁੜੇ ਹੈ। ਹਜੂਰ ਕਹਿੰਦੇ ਹੁਣੇ ਉਥਾਨ ਕਰਕੇ ਲੈ ਕੇ ਆਓ। ਜਦੋਂ ਸਿੱਖ ਗਿਆ, ਮਹੰਤ ਜੀ ਦੇ ਚਰਨਾਂ ਨੂੰ ਪਰਸਿਆ, ਨੇਤਰ ਖੁੱਲੇ। ਸਿੱਖ ਨੇ ਬੜੀ ਹਲੀਮੀ ਨਾਲ ਆਖਿਆ ਮਹਾਰਾਜ ਸਮਾਧੀ ਨਾ ਸੀ ਛਡਾਉਣੀ, ਗੁਰੂ ਸਾਹਿਬ ਦੀ ਆਗਿਆ ਹੋਈ ਹੈ। ਮਹਾਰਾਜ ਦੀ ਆਗਿਆ ਸੁਣੀ, ਮਹੰਤ ਜੀ ਉੱਠ ਕੇ ਚੱਲ ਪਏ। ਜਦੋਂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚੇ, ਆ ਕੇ ਨਮਸਕਾਰ ਕੀਤੀ। ਹਜੂਰ ਹੱਸ ਕੇ ਕਹਿੰਦੇ ਮਹੰਤ ਜੀ ਚੇਲੇ ਕਿੱਥੇ ਹੈ? ਮਹੰਤ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਜਿਹਦਾ ਦਿਲ ਤੁਸੀਂ ਠਹਿਰਾਓ ਉਹਦਾ ਹੀ ਠਹਿਰਦਾ ਹੈ, ਜਿਹਦਾ ਨਾ ਠਹਿਰਾਓ ਨਹੀਂ ਠਹਿਰਦਾ। ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਅੱਛਾ ਜੜ ਰਹਿ ਗਈ ਤਾਂ ਫਲ ਪੱਤੇ ਫਿਰ ਵੀ ਪੈ ਜਾਣਗੇ। ਇਹ ਮਹਾਰਾਜ ਜੀ ਨੇ ਬਚਨ ਕਿਹਾ। ਤੇ ਸਾਧ ਸੰਗਤ ਜੀ ਇਹਨਾਂ ਪਠਾਣਾਂ ਨੂੰ ਜਦੋਂ ਪਤਾ ਲੱਗਾ ਤੇ ਪਠਾਣਾਂ ਨੇ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਨਾ ਬਹਾਨੇ ਕੱਢਣੇ ਸ਼ੁਰੂ ਕੀਤੇ। ਕਹਿੰਦੇ ਆ ਮਹਾਰਾਜ ਸਾਡਾ ਤਾਂ ਹੁਣ ਸਰਦਾ ਹੀ ਨਹੀਂ, ਘਰ 'ਚ ਨਾ ਵਿਆਹ ਬੜੇ ਆ ਗਏ, ਕਿਸੇ ਦੀ ਮਾਂ ਮਰ ਗਈ, ਜਿਹਨੇ ਬਹਾਨਾ ਬਣਾਉਣਾ ਹੋਵੇ ਨਾ, ਰਹਿਣਾ ਨਾ ਹੋਵੇ, ਤਾਂ ਫਿਰ ਸਾਧ ਸੰਗਤ ਜੀ ਉਹ ਆਪਣੀ ਮਾਂ ਨੂੰ ਝੂਠਿਆਂ ਮੂਠਿਆਂ ਮਾਰਨ ਤੋਂ ਵੀ ਨਹੀਂ ਗੁਰੇਜ਼ ਕਰਦਾ। ਤੇ ਕੋਈ ਵੀ ਬਹਾਨਾ ਝੂਠ ਉਹ ਕਹਿਣ ਤੋਂ ਗੁਰੇਜ਼ ਨਹੀਂ ਕਰਦਾ। ਸੱਚੇ ਸਾਹਿਬ ਦੇ ਅੱਗੇ ਝੂਠ ਬੋਲਣ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੀ ਕਹਿੰਦੇ ਆ, ਆਓ ਥੋੜੇ ਸਮੇਂ ਲਈ ਸਰਵਣ ਕਰੀਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਹਜੂਰ ਆ ਕਰਕੇ ਜੰਗ ਤੋਂ ਡਰਦੇ ਹੋਏ ਬਹਾਨੇ ਬਣਾ ਰਹੇ ਆ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ ਆ ਕਰਕੇ ਕਿਵੇਂ ਬੇਨਤੀਆਂ ਕਰ ਰਹੇ ਆ, ਸੁਣੋ ਪਿਆਰ ਦੇ ਨਾਲ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਮਨ ਕਰਨ ਕਾ ਪ੍ਰਥਮ ਉਮੰਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਘਰ ਨੂੰ ਜਾਣ ਵਾਸਤੇ ਤੁਸੀਂ ਬੜੇ ਪਹਿਲਾਂ ਉਤਸ਼ਾਹਤ ਹੋ ਗਏ ਹੋ। ਆਪ ਤੁਮ ਚਾਹਿਓ ਲਰਨ ਗੁਰ ਸੰਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਤੁਹਾਨੂੰ ਹੁਣ ਤਾਂ ਚਾਹੀਦਾ ਨਾ ਕਿ ਯੁੱਧ ਵਿੱਚ ਅੱਗੇ ਹੋ ਕਰਕੇ ਪੁਰਸ਼ਾਰਥ ਵਿਖਾਓ। ਤੇ ਇਹ ਜਿਹੜੇ ਆ ਇਹੋ ਜਿਹੇ ਅਕਿਰਤ ਘਣ ਬਣੇ ਸੀਗੇ ਕਿ ਪਹਿਲਾਂ ਤਾਂ ਘਰ ਜਾਣ ਨੂੰ ਇਹਨਾਂ ਨੇ ਤਿਆਰੀ ਕੀਤੀ ਸੀਗੀ। ਸ਼ਾਇਦ ਮੇਰਾ ਖਿਆਲ ਜਿੱਥੋਂ ਮੈਨੂੰ ਦੱਸਿਆ ਉਹ ਪ੍ਰਸੰਗ ਤੋਂ ਅੱਗੇ ਆ ਕਥਾ। ਸ਼ਾਇਦ ਇਹ ਆਪਾਂ ਜਦੋਂ ਇਹ ਤਿਆਰੀ ਕਰ ਲਈ ਸੀ ਨਾ, ਮਹਾਰਾਜ ਤੋਂ ਇਹਨਾਂ ਨੇ ਮੰਗ ਲਈ ਸੀ ਆਗਿਆ, ਤੇ ਫਿਰ ਇੱਕ ਕਾਲੇ ਖਾਂ ਪਠਾਨ ਹੋਇਆ। ਹੁਣ ਫਿਰ ਇਹਨਾਂ ਨੂੰ ਆਖਿਆ ਸੀ ਕਿ ਤੇ ਗੁਰੂ ਸਾਹਿਬ ਕੋਲੋਂ ਤਾਂ ਪਹਿਲਾਂ ਘਰ ਜਾਣ ਦੀ ਆਗਿਆ ਮੰਗੀ ਹੈ, ਤੇ ਹੁਣ ਤੁਸੀਂ ਗੁਰੂ ਸਾਹਿਬ ਨਾਲ ਲੜਨ ਨੂੰ ਉਤਸ਼ਾਹਤ ਹੋ ਗਏ ਆ। ਇਹਦਾ ਕਾਰਨ ਕੀ ਹੋਇਆ ਸੀ? ਜਦੋਂ ਇਹ ਮਹਾਰਾਜ ਦੇ ਕੋਲ ਆਏ ਸੀ ਨਾ, ਮਹਾਰਾਜ ਨੇ ਕਿਹਾ ਵੀ ਜਿਹਦੀ 5 ਮੋਹਰਾਂ ਤਨਖਾਹ ਉਹ 10 ਕਰ ਦਿੰਦੇ ਆ। ਤੇ ਇਹ ਫਿਰ ਵੀ ਕਹਿੰਦੇ ਨਹੀਂ ਮਹਾਰਾਜ ਸਰਦਾ ਨਹੀਂ ਸਾਡਾ। ਮਹਾਰਾਜ ਕਹਿੰਦੇ ਬਈ ਜਿਹਦੀ 5 ਆ ਉਹਦੀ 25 ਕਰ ਦਿੰਦੇ। ਇਹ ਫਿਰ ਵੀ ਕਿਉਂਕਿ ਮਰਨ ਦਾ ਡਰ ਸੀ ਅੰਦਰ। ਜਦੋਂ ਆ ਗਏ ਵਾਪਸ ਤੇ ਕਾਲੇ ਖਾਨ ਨੇ ਫਿਰ ਆਖਿਆ ਵੀ ਬੜੀ ਕਰਤੂਤ ਤੁਹਾਡੀ ਮਾੜੀ ਕਰਕੇ ਆਏ ਆ। ਗੁਰੂ ਸਾਹਿਬ ਦੇ ਘਰ ਦਾ ਖਾ ਕੇ ਤੇ ਜਦੋਂ ਲੋੜ ਪਈ ਹੈ ਹੁਣ ਤੁਸੀਂ ਮਹਾਰਾਜ ਨੂੰ ਛੱਡ ਚੱਲੇ ਆ, ਤੇ ਛੱਡ ਵੀ ਚੱਲੇ ਆ ਤੇ ਚਲੋ ਛੱਡ ਹੀ ਜਾਓ। ਗੱਲ ਉੱਥੇ ਪਤਾ ਕੀ ਹੋਈ, ਜਦੋਂ ਇਹ ਉੱਥੇ ਆਏ ਤੇ ਭੀਖਣ ਖਾਨ ਕਹਿੰਦਾ ਕਿ ਐਂ ਕਰੀਏ ਹੁਣ ਮਹਾਰਾਜ ਨੇ ਸਾਡੀ ਇੰਨੀ ਤਨਖਾਹ ਵਧਾ ਦਿੱਤੀ ਹੈ ਤੇ ਰਹਿ ਨਾ ਪਈਏ।
ਤੇ ਜਿਹੜਾ ਨਜਾਬਤ ਖਾਨ ਸੀ ਉਹ ਕਹਿੰਦਾ ਗੱਲ ਸੁਣ, ਗੁਰੂ ਸਾਹਿਬ ਦਾ ਖਜ਼ਾਨਾ ਕਿੰਨਾ ਭਰਿਆ ਪਿਆ ਹੈ, ਰਾਜਿਆਂ ਦੀ ਸੈਨਾ ਕਿੰਨੀ ਚੜ੍ਹ ਆਈ ਹੈ, ਤੇ ਗੱਲ ਇਹ ਹੈ ਹਾਰ ਤਾਂ ਪੱਕੀ ਹੈ ਇਹਨਾਂ ਦੀ, ਤੇ ਖਜ਼ਾਨੇ ਦਾ ਸਾਨੂੰ ਪਤਾ ਹੈ, ਅਸੀਂ ਐਂ ਕਰੀਏ ਪਹਾੜੀਆਂ ਨਾਲ ਜਾ ਰਲੀਏ ਤੇ ਗੁਰੂ ਸਾਹਿਬ ਦੇ ਖਜ਼ਾਨੇ ਦੀ ਲੁੱਟ ਉਹਨਾਂ ਕੋਲੋਂ ਮਾਫ ਕਰਵਾ ਲਈਏ, ਲਿਖਵਾ ਲਈਏ, ਤੇ ਫਿਰ ਅਸੀਂ ਖਜ਼ਾਨਾ ਲੁੱਟ ਲਾਂਗੇ ਤੇ ਕਿੱਥੇ 25-25 ਮੋਹਰਾਂ ਦੀ ਤਨਖਾਹ ਇਕੱਠਾ ਹੀ ਖਜ਼ਾਨਾ ਲੁੱਟ ਕੇ ਘਰਾਂ ਨੂੰ ਚੱਲੀਏ। ਦੂਜੇ ਵੀ ਬੜੇ ਖੁਸ਼ ਹੋਏ, ਕਹਿੰਦਾ ਤੂੰ ਬੜਾ ਸਿਆਣਾ ਬਈ, ਗੱਲ ਤਾਂ ਵਾਲੀ ਚੰਗੀ ਕੀਤੀ, ਕਿਉਂਕਿ ਜਿਹਨੂੰ ਰੋਜ਼ ਥੋੜੀ ਥੋੜੀ ਮਾਇਆ ਮਿਲੇ ਤੇ ਇਕੱਠਾ ਹੀ ਖਜ਼ਾਨਾ ਮਿਲ ਜੇ ਤੇ ਲਾਲਚ 'ਚ ਆ ਗਏ ਸਾਰੇ। ਜਦੋਂ ਲਾਲਚ ਆ ਗਏ ਤੇ ਇਸ ਪ੍ਰਕਾਰ ਫਿਰ ਕਾਲੇ ਖਾਨ ਨੇ ਵੀ ਇਹਨਾਂ ਨੂੰ ਇਹ ਬੋਲ ਕਹੇ ਕਿ ਪਹਿਲਾਂ ਤਾਂ ਛੱਡ ਚੱਲੇ ਸੀ, ਹੁਣ ਤੁਸੀਂ ਗੁਰੂ ਸਾਹਿਬ ਨਾਲ ਹੀ ਲੜਨ ਵਾਸਤੇ ਤਿਆਰ ਹੋ ਗਏ ਹੋ। ਕਰਾਮਾਤ ਸਾਹਿਬ ਬਲਵੰਤਾ। ਮਹਾਰਾਜ ਤਾਂ ਕਰਾਮਾਤ ਸ਼ਕਤੀ ਦੇ ਮਾਲਕ ਵੈ, ਸਾਹਿਬ ਨੇ ਬਲ ਦੇ ਸਹਿਤ ਹਨ। ਬਨਹਿ ਸਰਬ ਸ਼ਤਰਨ ਕੋ ਹੰਤਾ। ਮਹਾਰਾਜ ਜਿੰਨੇ ਵੀ ਦੁਸ਼ਮਣ ਚੜ ਆਏ ਨਾ ਸਭ ਦਾ ਹੀ ਨਾਸ਼ ਕਰ ਦੇਣਗੇ। ਕਹੇ ਬਚਨ ਜਿਸ ਬਨ ਹੈ ਅਨਬਨ। ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੇ ਕਹਿਣ ਦੀ ਦੇਰ ਹੈ, ਜਿਹੋ ਜੀ ਬਣਾਵਟ ਹੋਵੇ ਨਾ ਉਹਨੂੰ ਬਦਲ ਕੇ ਮਹਾਰਾਜ ਉਹੋ ਜੀ ਬਣਾ ਦਿੰਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਕਤੀ ਦਾ ਬਲ ਹੈ, ਜੋ ਚਾਹਣ ਉਹ ਕਰ ਸਕਦੇ ਹਨ। ਰਨ ਮਹਿਰਪ ਗਨ ਡਾਰੇ ਹਨ ਹਨ। ਮਹਾਰਾਜ ਸੱਚੇ ਪਾਤਸ਼ਾਹ ਦੁਸ਼ਮਣਾਂ ਨੂੰ ਮੈਦਾਨੇ ਜੰਗ ਦੇ ਅੰਦਰ ਮਾਰ ਮਾਰ ਕੇ ਤੀਰਾਂ ਨਾਲ ਸਿੱਟ ਦੇਣਗੇ। ਤੁਮ ਗੀਦੀ ਹੋਇ ਕਰ ਮਤ ਮੋਟੇ। ਤੇ ਤੁਸੀਂ ਗਿੱਦੜ ਬਣ ਕਰਕੇ ਮਤ ਦੇ ਮੋਟੇ, ਇਹ ਕੀ ਕਰਮ ਕਰਨ ਲੱਗੇ ਹੋ? ਦੋ ਜਗ ਹੇਤ ਸਹੇਰਿਓ ਖੋਟੇ। ਬੜਾ ਖੋਟਾ ਕਰਮ ਕਰਨ ਲੱਗੇ ਹੋ, ਨਰਕਾਂ ਦਾ ਬੂਹਾ ਖੋਲ ਰਹੇ ਹੋ ਆਪਣੇ ਵਾਸਤੇ। ਬੰਸ ਪਠਾਨ ਕਲੰਕਤ ਕੀਨਾ। ਜਿਹੜੀ ਪਠਾਣਾਂ ਦੀ ਬੰਸ ਹੈ ਨਾ ਸਾਧ ਸੰਗਤ ਜੀ, ਇਹ ਅੱਜ ਵੀ ਪਠਾਣਾਂ ਨੂੰ ਲੜਨ ਮਰਨ ਵਾਸਤੇ ਬੜਾ ਖੂੰਖਾਰ ਮੰਨਦੇ ਆ, ਤੇ ਪਠਾਨ ਆਪਣੀ ਵੰਸ਼ ਨੂੰ ਬੜਾ ਜਿਹੜਾ ਉਹ ਮਾਰਸ਼ਲ ਸਮਝਦੇ ਆ। ਤੇ ਉਹ ਕਾਲੇ ਖਾਂ ਕਹਿੰਦਾ ਇਹਨਾਂ ਦੀ ਵੰਸ਼ ਚੋਂ ਹੀ ਆ ਨਾ, ਕਹਿੰਦਾ ਆਪਣੀ ਵੰਸ਼ ਨੂੰ ਪਠਾਣੋ ਤੁਸੀਂ ਕਲੰਕਿਤ ਕਰ ਦਿੱਤਾ ਏ। ਅਵਗਤ ਮਰਹੁ ਅਜਸ ਜਗ ਲੀਨਾ। ਅਵਗਤ ਹੋ ਕੇ ਮਰੋਗੇ, ਕਿਉਂਕਿ ਮਰਨਾ ਤਾਂ ਇੱਕ ਦਿਨ ਹੈ ਹੀ ਹੈ, ਤੇ ਜਗਤ ਵਿੱਚ ਵੀ ਆਪਜਸ ਲਵੋਗੇ। ਸਾਧ ਸੰਗਤ ਜੀ ਇਹਦਾ ਜ਼ਿਕਰ ਇਵੇਂ ਹੈ, ਆਪਾਂ ਜਦੋਂ ਕਈ ਵਾਰ ਹੇਮਕੁੰਟ ਸਾਹਿਬ ਜਾਈਦਾ ਸੀ ਨਾ ਦਰਸ਼ਨ ਕਰਨ, ਤੇ ਪੌਂਟਾ ਸਾਹਿਬ ਰੁਕੀਦਾ ਸੀ ਤਕਰੀਬਨ ਹੀ, ਤੇ ਭੰਗਾਣੀ ਬਾਹਰ ਕਾਰ ਸੇਵਾ ਵਾਲੇ ਮਹਾਂਪੁਰਖ ਉਸ ਸਮੇਂ ਉਹਨਾਂ ਦਾ ਸਥਾਨ ਹੁੰਦਾ ਸੀ, ਤੇ ਬੜੀ ਸੇਵਾ ਕਰਦੇ ਹੁੰਦੇ ਸੀ। ਅਸੀਂ ਉੱਥੇ ਜਾ ਕੇ ਜ਼ਰੂਰ ਰੁਕਣਾ, ਤੇ ਕਈ ਵਾਰ ਰਾਤ ਨੂੰ ਨਾ ਬੜੀਆਂ ਆਵਾਜ਼ਾਂ ਜੀਆਂ ਸੁਣਾਈ ਦੇਣੀਆਂ, ਤੇ ਉੱਥੇ ਪੁੱਛਿਆ ਸਿੰਘਾਂ ਨੇ ਵੀ ਰਾਤ ਆਵਾਜ਼ਾਂ ਜੀਆਂ ਬੜੀਆਂ ਸੁਣਾਈ ਦਿੰਦੀਆਂ। ਕਹਿੰਦੇ ਬਾਬਾ ਜੀ ਇੱਥੇ ਨਾ ਉਹ ਪਠਾਨ ਮਰੇ ਸੀ ਸਾਰੇ, ਤੇ ਮਹਾਰਾਜ ਕਿਹਾ ਕਿ ਸਾਰੇ ਅਵਗਤ ਹੈ, ਤੇ ਅੱਜ ਵੀ ਉਹਨਾਂ ਦੀਆਂ ਰੂਹਾਂ ਇੱਥੇ ਚੀਕਾਂ ਮਾਰਦੀਆਂ, ਬੜੀ ਬੁਰੀ ਹਾਲਤ ਹੈ। ਕਹਿੰਦੇ ਅੱਜ ਵੀ ਉਹਨਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ, ਟਿਕੀ ਰਾਤ 'ਚ ਕਈ ਵਾਰੀ ਆਵਾਜ਼ਾਂ ਸੁਣਾਈ ਦਿੰਦੀਆਂ। ਇਹ ਅਵਗਤ ਹੋ ਕਰਕੇ ਜਿਹੜਾ ਮੰਨਦਾ ਨਾ ਨਿਮਕ ਹਰਾਮੀ ਬਣ ਕਰਕੇ, ਇਹ ਪਠਾਣਾ ਨੇ ਕੰਮ ਕੀਤਾ। ਸੁਨ ਭੀਖਨ ਖਾਂ ਤਰਜਤ ਬੋਲਾ। ਤੇ ਤਾੜਦਾ ਹੋਇਆ ਭੀਖਣ ਖਾਂ ਤੇ ਸਮੇਂ ਬੋਲਿਆ, ਧਰ ਤੂਸ਼ਨ ਤੂੰ ਬੈਠ ਅਡੋਲਾ। ਚੁੱਪ ਕਰ, ਤੂੰ ਆਰਾਮ ਨਾਲ ਬਹਿਣਾ ਕਰ। ਅਪਰਨ ਕੀ ਤੁਝ ਕੋ ਕਿਆ ਪਰੀ। ਕਹਿੰਦਾ ਆਪਣੀ ਫਿਕਰ ਕਰ, ਤੈਨੂੰ ਦੂਜਿਆਂ ਦੀ ਕੀ ਫਿਕਰ ਪਈ ਹੈ। ਭਲੀ ਕਰੈ ਅਥਵਾ ਕੋ ਬੁਰੀ। ਕੋਈ ਚੰਗਾ ਕੰਮ ਕਰੇ ਕੋਈ ਬੁਰਾ ਕਰੇ, ਤੈਨੂੰ ਕੀ ਸਾਡਾ ਫਿਕਰ ਹੈ। ਉਤ ਸਤਿਗੁਰ ਸ੍ਰੀ ਮੁਖ ਤੇ ਭਾਖੇ। ਉਧਰੋਂ ਸਤਿਗੁਰਾਂ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਕਹਿਣਾ ਕੀਤਾ, ਸੰਗੋ ਸ਼ਾਹ ਜਾਹੋ ਲਿਹੁ ਰਾਖੇ। ਮਹਾਰਾਜ ਕਹਿੰਦੇ ਸੰਗੋ ਸ਼ਾਹ ਜੀ ਜਾਓ, ਉਹਨਾਂ ਨੂੰ ਜਾ ਕਰਕੇ ਰੱਖਣਾ ਕਰੋ। ਕਹੋ ਸਿਪਰ ਭਰ ਤਨ ਕੀ ਤਬੈ। ਮਹਾਰਾਜ ਜੀ ਨੇ ਫਿਰਨਾ ਤੁਰਨ ਲੱਗਿਆ ਨੂੰ ਆਖਰ ਫੇਰ ਆਖਿਆ ਕਿ ਢਾਲਾਂ ਭਰ ਭਰ ਕੇ ਧਨ ਜਿਹੜਾ ਉਹ ਦੇਵਾਂਗੇ। ਦਹਿ ਰਣ ਕਰ ਆਵਹਿ ਜਬੈ। ਜਦੋਂ ਜੰਗ ਕਰਕੇ ਆਵਾਂਗੇ ਤੇ ਧਨ ਜਿਹੜਾ ਨਾ ਢਾਲਾਂ ਭਰ ਭਰ ਕੇ ਦੇਾਂਗੇ। ਰਣ ਤੇ ਨਹੀਂ ਤਰਾਸ ਉਪਜਾਵਹੁ। ਤੇ ਜੰਗ ਤੋਂ ਡਰਨਾ ਆਪਣੇ ਮਨ ਵਿੱਚ ਪੈਦਾ ਕਰਨਾ। ਫਤਿਹ ਦਰਬ ਦਵੈ ਲੈ ਘਰ ਜਾਵਹੁ। ਤੇ ਜਿੱਤ ਵੀ ਤੇ ਧਨ ਵੀ, ਦੋਵੇਂ ਚੀਜ਼ਾਂ ਲੈ ਕੇ ਫਿਰ ਆਪਣੇ ਘਰ ਨੂੰ ਚਲੇ ਜਾਇਓ। ਕਹਿਓ ਬਾਕ ਗੁਰ ਕੋ ਨਹਿ ਮੋਰਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿਹਾ ਹੋਇਆ ਬਚਨ ਜਿਹੜਾ ਹੈ, ਸੰਗੋ ਸ਼ਾਹ ਜੀ ਨੂੰ ਕਹਿੰਦੇ ਕਹੋ ਕਿ ਸਾਡਾ ਬਚਨ ਕਿਹਾ ਹੋਇਆ ਮੋੜਨ ਨਾ। ਨਹਿ ਕੋ ਚਾਹਤ ਤਿਨਹੁ ਨਿਹੋਰਿਓ। ਤੇ ਨਾ ਹੀ ਕਿਸੇ ਪ੍ਰਕਾਰ ਜਿਹੜਾ ਸੀ ਨਾ ਇਹ
ਸੰਗੋ ਸ਼ਾਹ ਜੀ ਵੀ ਗੁਰੂ ਸਾਹਿਬ ਦਾ ਬਚਨ ਨਹੀਂ ਸੀ ਮੋੜਨਾ ਚਾਹੁੰਦੇ, ਤੇ ਪਰ ਪਠਾਣਾ ਦਾ ਮੂੰਹ ਨਹੀਂ ਸੀ ਵੇਖਣਾ ਚਾਹੁੰਦੇ। ਦਿਲ ਨਹੀਂ ਸੀ ਕਰਦਾ ਸੰਗੋ ਸ਼ਾਹ ਜੀ ਦਾ ਨਮਕ ਹਰਾਮੀਆਂ ਦੇ ਮੱਥੇ ਲੱਗਣਾ, ਰਣ ਤੇ ਤਰਸਤ ਜਾਤ ਹੈ ਭਾਗੇ, ਕਿਉਂਕਿ ਜੰਗ ਤੋਂ ਡਰਦੇ ਹੋਏ ਭੱਜੇ ਜਾਂਦੇ ਆ। ਗੀਤੀ ਭਏ ਨਾ ਚਾਹੇ ਮੁਖ ਲਾਗੇ, ਗਿੱਦੜ ਬਣ ਗਏ ਆ, ਇਸ ਕਰਕੇ ਚਾਹੁੰਦੇ ਨਹੀਂ ਸੰਗੋ ਸ਼ਾਹ ਜੀ ਉਹਨਾਂ ਦੇ ਮੂੰਹ ਲੱਗਣਾ। ਗਇਓ ਬੈਠ ਤਿਨ ਕੋ ਸਮਝਾਏ, ਗਏ ਫਿਰ ਸੰਗੋ ਸ਼ਾਹ ਜੀ ਤੇ ਬੈਠ ਕਰਕੇ ਸਮਝਾਉਣਾ ਕੀਤਾ। ਭੀਖਨ ਖਾ ਤੁਮ ਕਿਉਂ ਡਰ ਪਾਏ, ਕਿ ਭੀਖਣ ਖਾ ਤੁਸੀਂ ਕਿਉਂ ਡਰ ਮੰਨਿਆ ਏ। ਸਤਿਗੁਰ ਕਹਿਓ ਸਿਪਰ ਭਰਦਾ ਹੈ, ਸਤਿਗੁਰੂ ਜੀ ਕਹਿੰਦੇ ਆ ਧਨ ਜਿਹੜਾ ਨਾ ਢਾਲਾਂ ਭਰ ਭਰ ਕੇ ਦਿਆਂਗੇ। ਰਣ ਕਰ ਬਾਹਰ ਸਿਵਰ ਜਬ ਹੈ, ਜਦੋਂ ਜੰਗ ਕਰਕੇ ਵਾਪਸ ਆਪਣੇ ਡੇਰੇ ਵਿੱਚ ਆਵਾਂਗੇ। ਨਹੀਂ ਮਰਦ ਕਉ ਲਾਇਕ ਐਸੇ, ਤੇ ਮਰਦ ਵਾਸਤੇ ਇਸ ਤਰ੍ਹਾਂ ਲਾਇਕ ਨਹੀਂ, ਇਹ ਚੰਗੀ ਗੱਲ ਨਹੀਂ ਹੈ। ਜੰਗ ਪਰੇ ਤੁਮ ਤਿਆਗਿਓ ਜੈਸੇ, ਤੇ ਜਿਸ ਤਰ੍ਹਾਂ ਜੰਗ ਪਏ ਤੇ ਹੁਣ ਤੁਸੀਂ ਸਾਨੂੰ ਤਿਆਗ ਰਹੇ ਹੋ, ਛੱਡ ਰਹੇ ਹੋ। ਅਬਲਾ ਮਿਹਰ ਕਰਤ ਗੁਰ ਪੂਰੇ, ਅਜੇ ਤੱਕ ਤਾਂ ਸੰਗੋ ਸ਼ਾਹ ਜੀ ਕਹਿੰਦੇ ਪੂਰੇ ਗੁਰੂ ਜੀ ਤੁਹਾਡੇ ਤੇ ਮਿਹਰ ਕਰ ਰਹੇ ਆ, ਕਾਰਜ ਸਭ ਸੁਧਰਹਿ ਬਿਦਰੂਰੇ, ਤੇ ਸਾਰੇ ਸੁੰਦਰ ਤਰੀਕੇ ਨਾਲ ਤੁਹਾਡੇ ਕਾਰਜ ਸੌਰ ਜਾਣਗੇ। ਸੁਨ ਭੀਖਨ ਬੋਲਿਓ ਮਤ ਮੰਦਾ, ਮੰਦੀ ਮਤ ਵਾਲਾ ਭੀਖਣ ਖਾਨ ਸੁਣ ਕਰਕੇ ਬੋਲਿਆ। ਹਮ ਸੋ ਭਾਖਤ ਡਰਤ ਬਿਲੰਦਾ, ਕਹਿੰਦਾ ਗੁਰੂ ਸਾਹਿਬ ਸਾਨੂੰ ਡਰਦੇ ਹੀ ਕਹੀ ਜਾਂਦੇ। ਜਿਹੋ ਜਿਹਾ ਆਪਣੇ ਮਨ ਦਾ ਸੁਭਾਅ ਹੁੰਦਾ ਹੈ ਨਾ, ਉਹੋ ਜਿਹਾ ਹੀ ਦੂਸਰੇ ਬਾਰੇ ਸੋਚਦੇ ਆ। ਇਹ ਕਹਿੰਦਾ ਭੀਖਣ ਖਾਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣ ਗਏ ਆ ਡਰ, ਤੇ ਡਰ ਕੇ ਹੀ ਕਹਿੰਦੇ ਆ ਕਿ ਢਾਲਾਂ ਭਰ ਭਰ ਧਨ ਦੇ ਦਿਆਂਗੇ, ਸਾਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਆ। ਤਰਾਸ ਕਰਤ ਗੁਰ ਭੀ ਇਸ ਕਾਲਾ, ਇਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਡਰ ਰਹੇ ਆ ਬਹੁਤ ਜ਼ਿਆਦਾ। ਦੇਨ ਦਰਬ ਕਹਿ ਬਠਤ ਵਿਸਾਲਾ, ਇਸ ਕਰਕੇ ਧਨ ਦੇਣ ਵਾਸਤੇ ਬੜੇ ਬੜੇ ਸੁਨੇਹੇ ਭੇਜ ਰਹੇ ਆ। ਮਰੇ ਬੋ ਕੌਣ ਚਾਹੈ ਬਤਲਾਵੋ, ਦੱਸੋ ਕੌਣ ਐਵੇਂ ਬੇਅਨਿਆਈ ਮੌਤ ਜਿਹੜਾ ਹੈ ਉਹ ਮਰਨਾ ਚਾਹੇਗਾ। ਬਾਰ ਬਾਰ ਤੁਮ ਹਮੇ ਹਟਾਓ, ਬਾਰ ਬਾਰ ਸਾਨੂੰ ਕਿਉਂ ਹਟਾਉਂਦੇ ਹੋ। ਕੋਠ ਜਤਨ ਤੇ ਹਮ ਨਹਿ ਰਹੈ, ਕਹਿੰਦੇ ਆ ਸੰਗੋ ਸ਼ਾਹ ਨੂੰ ਭੀਖਣ ਖਾਨ ਕਹਿੰਦਾ ਜਾਂ ਕਰੋੜਾਂ ਯਤਨ ਕਰ ਲੋ ਅਸੀਂ ਨਹੀਂ ਰਹਿਣਾ। ਕਿਉਂ ਗੁਰ ਫੇਰ ਫੇਰ ਕਰ ਕਹੈ, ਕਿਉਂ ਬਾਰ ਬਾਰ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਕਹਿੰਦੇ ਆ। ਸੁਨ ਕਰ ਸੰਗੋ ਸ਼ਾਹ ਸਿਧਾਰਾ, ਸੁਣ ਕੇ ਸੰਗੋ ਸ਼ਾਹ ਜੀ ਚਲੇ ਗਏ। ਮਹਾਰਾਜ ਸੋ ਚਹਿਤ ਨਿਕਾਰਾ, ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਕਹਿੰਦੇ ਮਹਾਰਾਜ ਉਹਨਾਂ ਨੂੰ ਤਾਂ ਕੱਢ ਹੀ ਦੇਣਾ ਚਾਹੀਦਾ ਏ। ਅਬ ਬੋਲਤ ਖੋਟੀ ਵਿਦ ਐਸੇ, ਮਹਾਰਾਜ ਹੁਣ ਤਾਂ ਖੋਟੇ ਤਰੀਕੇ ਨਾਲ ਬੋਲ ਰਹੇ ਆ। ਡੇਰਾ ਲੂਟ ਲੀਜੀਏ ਜੈਸੇ, ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਜਿਵੇਂ ਡੇਰਾ ਲੁੱਟਣਾ ਚਾਹਣ, ਜਾਂ ਮਹਾਰਾਜ ਉਹਨਾਂ ਦਾ ਡੇਰਾ ਲੁੱਟ ਲੈਣਾ ਚਾਹੀਦਾ ਏ। ਸੁਨਤ ਛਿਮਾ ਨਿਦ ਛਿਮਾ ਉਪਾਈ, ਤਾਂ ਵੀ ਮਹਾਰਾਜ ਖਿਮਾ ਦੇ ਘਰ ਸਤਿਗੁਰਾਂ ਜੀ ਨੇ ਖਿਮਾ ਹੀ ਕੀਤੀ ਸੁਣ ਕਰਕੇ। ਕਹਿਓ ਜਾਣਦੇ ਹੋ ਕਹੂੰ ਨ ਜਾਈ, ਮਹਾਰਾਜ ਕਹਿੰਦੇ ਜਾਣਦੇ ਹੋ ਸੰਗੋ ਸ਼ਾਹ ਕਿਤੇ ਨਹੀਂ ਜਾਣਾ ਇਹਨਾਂ ਨੇ। ਮਹਾਰਾਜ ਜਾਣਦੇ ਸੀ ਸੱਚੇ ਪਾਤਸ਼ਾਹ, ਹਜੂਰ ਕਹਿੰਦੇ ਜਾਣਦੇ ਹੋ ਇਹਨਾਂ ਨੇ ਕਿਤੇ ਵੀ ਨਹੀਂ ਜਾਣਾ ਹੈ। ਇਨਕੇ ਸੀਸ ਝੜੀ ਮ੍ਰਿਤ ਆਏ, ਕਿਉਂਕਿ ਇਹਨਾਂ ਦੇ ਸਿਰ ਦੇ ਉੱਤੇ ਚੜੀ ਹੋਈ ਮੌਤ ਬੋਲ ਰਹੀ ਹੈ। ਕਿਮ ਹੋਣਾ ਜੀਵਨ ਸਾਕਿਹ ਪਾਏ, ਇਹ ਹੁਣ ਜਿਉਂਦੇ ਰਹਿ ਹੀ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ। ਅਬ ਕਹਿ ਪਠੋ ਮੂੜ ਚਲ ਜਾਓ, ਮਹਾਰਾਜ ਕਹਿੰਦੇ ਜਾਓ ਹੁਣ ਜਾ ਕੇ ਸੰਗੋ ਸ਼ਾਹ ਜੀ ਕਹਿ ਦਿਓ ਮੂਰਖੋ ਚਲੇ ਜਾਓ ਇਸ ਥਾਂ ਤੋਂ। ਬਿਲ ਮੋਹ ਨਹਿ ਦੁੰਦਬ ਉਲਟਾਓ, ਤੇ ਸਤਿਗੁਰੂ ਜੀ ਕਹਿੰਦੇ ਹੁਣ ਦੇਰੀ ਨਹੀਂ ਹੋਵੇਗੀ, ਇੱਥੋਂ ਤੁਰ ਜਾਓ ਤੇ ਨਗਾਰਾ ਮੂਧਾ ਮਾਰ ਦਿਓ। ਨਗਾਰਾ ਮੂਧਾ ਮਾਰਨਾ ਸਮਝ ਲਓ ਕਿ ਉਸ ਸਮੇਂ ਆਪਣਾ ਸਿਰ ਕਟਾਉਣ ਵਾਲੀ ਗੱਲ ਹੁੰਦੀ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੰਗੋ ਸ਼ਾਹ ਉਹਨਾਂ ਨੂੰ ਕਹਿ ਦਿਓ ਕਿ ਆਪਣਾ ਨਗਾਰਾ ਮੂਧਾ ਮਾਰ ਕੇ ਇੱਥੋਂ ਚਲੇ ਜਾਓ। ਜੇ ਕਰ ਚੋਬ ਨਗਾਰੇ ਪਰ, ਜੇ ਕਰਕੇ ਤੁਸੀਂ ਇੱਕ ਚੋਬ ਵੀ ਕਿਤੇ ਨਗਾਰੇ ਤੇ ਮਾਰ ਦਿੱਤੀ, ਲੂਟ ਲੇਹਿੰਗੇ ਲਰਹਿ ਤਾ ਮਰੈ, ਉਸੇ ਸਮੇਂ ਮਹਾਰਾਜ ਕਹਿੰਦੇ ਸਾਰੇ ਘੋੜੇ ਖੋਲਾਂਗੇ, ਸਭ ਕੁਝ ਖੁੱਸ ਜਾਵੇਗਾ, ਮਾਰ ਦਿਆਂਗੇ ਜਾਨ ਤੋਂ। ਤੀਬਰ ਹੁਕਮ ਸੁਨ ਸੁਬਟ ਸਿਧਾਏ, ਮਹਾਰਾਜ ਦਾ ਤੀਬਰ ਜਿਹੜਾ ਵੀਰ ਰਸੀ ਹੁਕਮ ਸੁਣ ਕੇ ਸੂਰਮੇ ਚੜ ਪਏ। ਤਤ ਛਿਨ ਕਹ ਦੁੰਦਬ ਉਲਟਾਏ, ਮਹਾਰਾਜ ਜੀ ਨੇ ਕਿਹਾ ਜਦੋਂ ਗੁਰੂ ਸਾਹਿਬ ਦਾ ਹੁਕਮ ਸੁਣਾਇਆ ਤੇ ਤਤ ਛਿਨ ਹੀ ਪਠਾਣਾ ਡਰਦਿਆਂ ਨੇ ਨਗਾਰੇ ਮੂਧੇ ਮਾਰ ਲਏ ਉਸੇ ਸਮੇਂ ਹੀ। ਸੀਗਰ ਚੜਾਏ ਨਿਕਾਸੇ ਬਾਹਰ, ਤੇ ਕੱਢ ਦਿੱਤੇ ਬਾਹਰ ਦੇ ਸਮੇਂ ਪੌਂਟਾ ਸਾਹਿਬ ਤੋਂ। ਚਲੇ ਤਰਾਸ ਜਿਵੇਂ ਪਿਖ ਮ੍ਰਿਗ ਨਾਹਰ, ਕਹਿੰਦੇ ਜਿਵੇਂ ਸ਼ੇਰ ਨੂੰ ਵੇਖ ਕੇ ਹਿਰਨ ਭੱਜਦਾ ਹੈ ਨਾ, ਇਵੇਂ ਭੱਜ ਉੱਠੇ ਸਾਰੇ ਪਠਾਨ। ਇੰਨੀ ਕਾਇਰਤਾ ਦੇ ਨਾਲ ਇੱਥੋਂ ਨਿਕਲੇ ਤੇ ਸਾਧ ਸੰਗਤ ਜੀ ਗਏ ਨਹੀਂ ਕਿਤੇ। ਫਿਰ ਮਹਾਰਾਜ ਜੀ ਨੇ ਆਖਿਆ ਨਾ ਕਿਤੇ ਨਹੀਂ ਜਾਣਾ ਇਹਨਾਂ ਨੇ। ਇਹਨਾਂ ਫਿਰ ਚਿੱਠੀ ਲਿਖੀ
5 ਸਵਾਰ ਭੇਜੇ। ਫਤਿਹ ਸ਼ਾਹ ਨੂੰ ਲਿਖਿਆ ਕਿ ਸਾਨੂੰ ਕਰੋ ਲੁੱਟ ਮਾਫ ਤੇ ਅਸੀਂ ਤੁਹਾਡਾ ਦੇਵਾਂਗੇ ਸਾਥ। ਗੁਰੂ ਸਾਹਿਬ ਦਾ ਭੇਦ ਸਾਰਾ ਜਾਣਦੇ ਆ, ਕੋਈ ਲੜਨ ਵਾਲਾ ਨਹੀਂ ਉੱਥੇ, ਤਾਂ ਲੱਡੂ ਵਟਣ ਵਾਲੇ ਆ ਤੇ ਪੱਠੇ ਆਦਿਕ ਘੋੜਿਆਂ ਨੂੰ ਪਾਉਣ ਵਾਲੇ ਆ, 2-4 ਸੂਰਮੇ ਹੈਗੇ ਆ। ਉਹਨਾਂ ਮਹਾਰਾਜ ਦੇ ਕੋਲ ਤੇ ਕੁਛ ਵੀ ਨਹੀਂ, ਤੁਹਾਨੂੰ ਤਾਂ ਜਿੱਤ ਮਿਲੀ ਹੋਈ ਹੈ। ਰਾਜਾ ਫਤਿਹ ਸ਼ਾਹ ਵੀ ਫੁੱਲ ਗਿਆ ਕਿ ਜਿਨ੍ਹਾਂ ਨੂੰ ਕੋਈ ਪਹਾੜੀ ਰਾਜਾ ਨਹੀਂ ਜਿੱਤ ਸਕਿਆ ਤੇ ਮਨਾ ਅੱਜ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਫਤਿਹ ਪਾਉਣ ਲੱਗਾ ਹੈ। ਤੇ ਉਹਨੇ ਝੱਟ ਲੁੱਟ ਮਾਫ ਲਿਖ ਦਿੱਤੀ ਕਿ ਤੁਹਾਨੂੰ ਲੁੱਟ ਮਾਫ ਹੈ ਤੇ ਸਾਡਾ ਦਿਓ ਸਾਥ। ਤੇ ਜਿੱਥੇ 3.5 ਲੱਖ ਚੜ੍ਹ ਕੇ ਆ ਰਿਹਾ ਸੀ ਉੱਥੇ 500 ਹੋਰ ਮਿਲ ਜਾਂਦੇ ਤੇ ਕੀ ਫਰਕ ਪੈਣ ਲੱਗਾ ਸੀ ਇੱਧਰ ਮਹਾਰਾਜ ਜੀ ਨੂੰ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਫਿਰ ਜਿੰਨੇ ਕੁ ਸਿੱਖ ਰਹਿ ਗਏ, ਮਹਾਰਾਜ ਸਾਹਿਬ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ ਕਿ ਜਾਓ ਜਾ ਕੇ ਰਣ ਥੰਬਾ ਗੱਡ ਦਿਓ। ਹਜ਼ੂਰ ਕੋਲ ਖਬਰ ਆਈ ਕਿ ਭੰਗਾਣੀ ਪਿੰਡ ਦੇ ਕੋਲ ਖੁੱਲਾ ਮੈਦਾਨ ਹੈ। ਹਜ਼ੂਰ ਕਹਿੰਦੇ ਸੋਹਣਾ ਰਣ ਮੰਡਾਂਗੇ ਇੱਥੇ। ਸਾਧ ਸੰਗਤ ਜੀ, ਮਹਾਰਾਜ ਦੀਆਂ ਪਵਿੱਤਰ ਯਾਦਗਾਰਾਂ ਨੇ ਉੱਥੇ। ਸਮਾਂ ਨਹੀਂ ਹੁਣ ਇਜਾਜ਼ਤ ਦਿੰਦਾ ਕਿ ਮੈਂ ਅੱਗੇ ਸੁਣਾਵਾਂ। ਗੁਰਦੁਆਰਾ ਤੀਰਗੜ੍ਹ ਸਾਹਿਬ ਹੈ ਜਿੱਥੇ ਚੋਜੀ ਪਾਤਸ਼ਾਹ ਜੀ ਮਹਾਰਾਜ ਨੇ ਵੀਰ ਆਸਣ ਲਾਇਆ ਸੀ। ਤੇ ਜਦੋਂ ਮਹਾਰਾਜ ਨੇ ਯੁੱਧ ਨੂੰ ਫਤਿਹ ਕੀਤਾ ਸੀ ਨਾ, ਹਰੀ ਚੰਦ ਜਿਹੜਾ ਰਾਜਾ ਸੀ ਹਡੂਰੀਆ, ਅੱਧੇ ਚੰਦਰਮੇ ਦੇ ਆਕਾਰ ਦਾ ਤੀਰ ਮਹਾਰਾਜ ਨੇ ਮਾਰ ਕੇ ਇਹਦੀ ਗਰਦਨ ਲਾਈ ਸੀ ਸੱਚੇ ਪਾਤਸ਼ਾਹ ਨੇ। ਤੇ ਉੱਥੋਂ ਥੋੜੀ ਦੂਰ ਤੇ ਉਹ ਹਰੀ ਚੰਦ ਰਾਜੇ ਦਾ ਸਮਾਧਾ ਬਣਿਆ ਹੋਇਆ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਸਥਾਨ ਜਿਹੜਾ ਭੰਗਾਣੀ ਸਾਹਿਬ ਹੈ, ਉਸ ਰੁੱਖ ਅੱਜ ਰੁੱਖ ਬਣਿਆ ਹੋਇਆ ਕਿਲੇ ਤੋਂ। ਮਹਾਰਾਜ ਸਾਹਿਬ ਜੀ ਨੇ ਇੱਥੇ ਘੋੜਾ ਬੰਨਿਆ ਸੀ ਗਰੀਬ ਨਵਾਜ਼ ਜੀ ਨੇ। ਇਹ ਸਤਿਗੁਰਾਂ ਦੀਆਂ ਪਵਿੱਤਰ ਯਾਦਗਾਰਾਂ ਨੇ। ਕਿਤੇ ਜ਼ਿੰਦਗੀ ਵਿੱਚ ਸਮਾਂ ਮਿਲੇ ਤਾਂ ਜ਼ਰੂਰ ਉਸ ਅਸਥਾਨ ਦੇ ਦਰਸ਼ਨ ਕਰੋ। ਉਹ ਸਾਰਮੌਰ ਜ਼ਿਲ੍ਹਾ ਹੈ। ਜਿਵੇਂ ਕੁਦਰਤ ਨੇ ਸਾਰਾ ਸੁਹੱਪਣ ਹੀ ਉਸ ਧਰਤੀ ਦੇ ਉੱਤੇ ਦਿੱਤਾ ਹੋਵੇ, ਇਹੋ ਜਿਹੀ ਸੁੰਦਰ ਧਰਤੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਕਰੀਬਨ ਇਤਿਹਾਸ ਦੇ ਦੱਸਣ ਮੁਤਾਬਕ 2.5 ਸਾਲ ਦਾ ਸਮਾਂ ਸਤਿਗੁਰਾਂ ਜੀ ਨੇ ਇੱਥੇ ਬਤੀਤ ਕੀਤਾ। ਤੇ ਮਹਾਰਾਜ ਜੀ ਨੇ ਲਿਖਿਆ ਹੈ, ਜੁੱਧ ਜੀਤ ਆਏ ਜਬੇ ਟਿਕੇ ਨਾ ਤਿੰਨ ਪ੍ਰਭਾਵ। ਜਦੋਂ ਯੁੱਧ ਜਿੱਤ ਲਿਆ ਨਾ, 3.5 ਲੱਖ ਫੌਜ ਤੋਂ ਜਿੱਤੇ ਤੇ ਸਿੱਖ ਕਹਿੰਦੇ ਮਹਾਰਾਜ ਦਿੱਲੀ ਨੂੰ ਨਾ ਚੱਲੀਏ। ਮਹਾਰਾਜ ਕਹਿੰਦੇ ਤੁਸੀਂ ਹੁਣ ਕਾਲੇ ਨਾ ਪਾਓ, ਵਾਪਸ ਚੱਲੀਏ ਆਨੰਦਪੁਰ ਸਾਹਿਬ। ਫਿਰ ਮਹਾਰਾਜ ਨੇ ਉੱਥੋਂ ਆਨੰਦਪੁਰ ਸਾਹਿਬ ਨੂੰ ਚਾਲਾ ਮਾਰਿਆ ਤੇ ਰਾਜਾ ਮੇਦਨੀ ਪ੍ਰਕਾਸ਼, ਇਹਨੂੰ ਪਤਾ ਲੱਗ ਗਿਆ ਯੁੱਧ ਦਾ ਤੇ ਇਹ ਚੁੱਪ ਹੀ ਕੀਤਾ ਰਿਹਾ। ਇਹਨੂੰ ਚਾਹੀਦਾ ਸੀ ਨਾ ਮਹਾਰਾਜ ਨੂੰ ਸੱਦਿਆ ਤੇ ਮਦਦ ਤੇ ਆਉਂਦਾ ਨਾ, ਸੈਨਾ ਭੇਜਦਾ, ਚੁੱਪ ਹੀ ਕੀਤਾ ਰਿਹਾ। ਨੀਤੀ ਵਿਚਾਰ ਗਿਆ। ਪਹਾੜੀ ਰਾਜਿਆਂ ਦੀ ਚਲੋ ਮਦਦ ਤੇ ਨਹੀਂ ਆਇਆ, ਪਰ ਗੁਰੂ ਸਾਹਿਬ ਤਾਂ ਇਹਦੀ ਬੇਨਤੀ ਕਰਕੇ ਆਏ ਸੀ ਨਾ। ਜਦੋਂ ਇਹਨੂੰ ਪਤਾ ਲੱਗ ਗਿਆ ਕਿ ਮਹਾਰਾਜ ਯੁੱਧ ਜਿੱਤ ਗਏ ਹੈ ਤੇ ਇਹਨੂੰ ਇਹ ਵੀ ਸੀ ਕਿ ਹੁਣ ਪਹਾੜੀ ਰਾਜੇ ਬੜੇ ਖਫੇ ਹੋਣਗੇ ਤੇ ਮੈਨੂੰ ਕਿਤੇ ਪਕੜ ਕੇ ਸਾਰੇ ਮੇਰੇ ਤੇ ਚੜ੍ਹਾਈ ਨਾ ਕਰ ਦੇਣ। ਨੀਤੀ ਖੇਡਦਾ ਮਹਾਰਾਜ ਦੇ ਕੋਲ ਇਹਦੇ ਵਜ਼ੀਰ ਆਏ। ਕਹਿੰਦੇ ਮਹਾਰਾਜ ਰਾਜਾ ਆਉਣਾ ਤਾਂ ਚਾਹੁੰਦਾ ਸੀ ਪਰ ਥੋੜਾ ਕੰਮ ਪੈ ਗਿਆ ਤੇ ਆਇਆ ਨਹੀਂ ਗਿਆ। ਮਹਾਰਾਜ ਸਾਹਿਬ ਜੀ ਕਹਿੰਦੇ ਅੱਛਾ ਚਲੋ ਕੋਈ ਨਹੀਂ। ਗੁਰੂ ਸਾਹਿਬ ਉੱਥੋਂ ਤਿਆਰਾ ਕਰ ਲਿਆ ਤੇ ਫਿਰ ਇਹਦਾ ਸੁਨੇਹਾ ਆ ਗਿਆ। ਕਹਿੰਦਾ ਵਜ਼ੀਰ ਕਹਿੰਦੇ ਕਿ ਮਹਾਰਾਜ ਜੀ ਰਾਜਾ ਬਹੁਤ ਪ੍ਰੇਮ ਕਰਦਾ, ਬੜੀ ਸ਼ਰਧਾ ਕਰਦਾ, ਹੁਣ ਪੂਰੇ ਸਤਿਗੁਰੂ ਜੀ ਨੂੰ ਝੂਠ ਬੋਲਣਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਅੱਛਾ ਅਸੀਂ ਇੱਥੇ ਹੀ ਉਤਾਰਾ ਕਰ ਲਿਆ। ਰਾਜੇ ਨੂੰ ਕਿਹਾ ਜਦੋਂ ਸਮਾਂ ਉਦੋਂ ਆ ਜੇ। ਗੁਰੂ ਸਾਹਿਬ ਉੱਥੇ ਉਤਾਰਾ ਕਰਕੇ 16 ਦਿਨ ਰਹੇ ਤੇ ਰੋਜ਼ ਸੁਨੇਹਾ ਆਉਂਦਾ, ਅੱਜ ਮਹਾਰਾਜ ਫਲਾਣੇ ਦੇਸ਼ ਦਾ ਰਾਜਾ ਆ ਗਿਆ। ਤੁਰਨ ਹੀ ਲੱਗੇ ਸੀ ਬਹਾਨੇ, ਰੋਜ਼ ਨਵੇਂ ਤੋਂ ਨਵੇਂ। ਤੇ ਸਤਿਗੁਰੂ ਜੀ ਦੀ ਮੌਜ ਆ, ਨਦੀ ਕੰਢੇ ਲਾਇਆ ਸੀ ਆਸਣ ਤੇ ਮਹਾਰਾਜ ਸਾਹਿਬ ਉੱਥੇ ਦੀਵਾਨ ਲਾਉਂਦੇ ਸੀ। ਤੇ ਜਦੋਂ 16ਵੇਂ ਦਿਨ ਵੀ ਇਹਦਾ ਇਹੀ ਆਇਆ ਸੁਨੇਹਾ ਕਿ ਮਹਾਰਾਜ ਅੱਜ ਵੀ ਤੁਰਨ ਹੀ ਲੱਗੇ ਸੀ। ਮਹਾਰਾਜ ਸਾਹਿਬ ਜੀ ਨੇ ਫਿਰ ਉਹਨਾਂ ਵਜ਼ੀਰਾਂ ਨੂੰ ਆਖਿਆ ਜਾ ਉਹਨੂੰ ਕਹਿ ਦਿਓ ਬੇਮੁਖ ਹੋਇਆ ਬਹਾਨੇ ਮਾਰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਕੁਝ ਸ਼ਬਦ ਇੱਦਾਂ ਦੇ ਕਹਿ ਕੇ, ਕਿਉਂਕਿ ਅੱਗੇ ਸੇਵਾ ਵੀ ਇਹਦੇ ਕੋਲੋਂ ਲੈਣੀ ਸੀ, ਇਸ ਕਰਕੇ ਜ਼ਿਆਦਾ ਤਾੜ ਕੇ ਨਹੀਂ ਕਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਫਿਰ ਸ਼੍ਰੀ ਆਨੰਦਪੁਰ ਸਾਹਿਬ ਛੱਡਿਆ ਨਾ, ਤੇ ਜਿਹੜਾ ਗੁਲਾਬ ਰਾਏ ਸੀ ਬਾਬਾ ਸੂਰਜਮਲ ਜੀ ਦੇ ਅੱਗੋਂ ਵੰਸ਼ਜ, ਇਹਨਾਂ ਆਖਿਆ ਮਹਾਰਾਜ ਸਾਨੂੰ ਕੀ ਆਗਿਆ, ਆਨੰਦਪੁਰ ਸਾਹਿਬ ਤਾਂ ਤੁਹਾਡੇ ਕਰਕੇ ਵਸੇ ਹੋਏ ਸਾਂ। ਸਤਿਗੁਰਾਂ ਨੇ ਫਿਰ ਪੱਤਰ ਲਿਖਤਾ ਮੇਦਨੀ ਪ੍ਰਕਾਸ਼ ਨੂੰ ਕਿ ਇਹਨਾਂ ਨੂੰ ਜਿਹੜਾ ਹੈ ਇਹ ਕੁਝ ਜ਼ਮੀਨ ਦਿੱਤੀ ਜਾਵੇ ਤੇ ਸਾਡੀ ਆਗਿਆ ਮੰਨ ਕੇ ਇਹਨਾਂ ਦੀ ਪ੍ਰਤਪਾਲਣਾ ਕਰਨੀ ਹੈ। ਇਹ ਸਤਿਗੁਰਾਂ ਜੀ ਨੇ ਫਿਰ ਹੁਕਮਨਾਮਾ ਸਾਹਿਬ ਲਿਖ ਦਿੱਤਾ ਸੀ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਉਹ ਕੁਝ ਸੇਵਾ ਵੀ ਕੀਤੀ
ਪਰ ਪੂਰੇ ਗੁਰੂ ਸਾਹਿਬ ਨਾਲ ਪਖੰਡ ਨਹੀਂ ਚੱਲਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਕੇ ਫਿਰ ਅੰਮ੍ਰਿਤ ਸੰਚਾਰ ਕੀਤਾ ਮਹਾਰਾਜ ਜੀ ਨੇ। ਉਦੋਂ ਹਜੂਰ ਦੀ 23 ਸਾਲ ਸਰੀਰਕ ਆਯੂ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ। 17 ਸਾਲ ਦੀ ਆਯੂ ਵਿੱਚ ਮਹਾਰਾਜ ਨੇ ਪਹਿਲਾ ਯੁੱਧ ਫਤਿਹ ਕੀਤਾ। ਬੜੀ ਰੌਚਕ ਕਥਾ ਹੈ ਇਹ ਪੰਗਾਣੀ ਦੇ ਯੁੱਧ ਦੀ। ਸਤਿਗੁਰੂ ਜੀ ਕਿਵੇਂ ਲੜਦੇ ਆ, ਆਪ ਕਿਵੇਂ ਮਹਾਰਾਜ ਯੁੱਧ ਤੇ ਚੜ੍ਹਦੇ ਆ। ਸੰਗੋ ਸ਼ਾਹ ਜੀ ਨੂੰ ਮਹਾਰਾਜ ਜੀ ਨੇ ਸਾਹ ਸੰਗਰਾਮ ਦਾ ਖਿਤਾਬ ਦਿੱਤਾ ਸੀ। ਸਾਹ ਸੰਗਰਾਮ ਮੁੱਖ ਸੈਨਾਪਤੀ ਥਾਪਿਆ ਸੀ ਯੁੱਧ ਦਾ ਸੱਚੇ ਪਾਤਸ਼ਾਹ ਨੇ। ਇਹ ਮਹਾਰਾਜ ਦੇ ਵੱਡੇ ਭੂਆ ਜੀ ਦੇ ਪੁੱਤਰ ਸੀ। ਯੁੱਧ ਦੇ ਮੈਦਾਨ ਦੇ ਅੰਦਰ ਮਹਾਰਾਜ ਦੇ ਸਾਹਮਣੇ ਸ਼ਹੀਦ ਹੋਏ ਸੀ। ਇਹਨਾਂ ਬਾਬਤ ਮਹਾਰਾਜ ਨੇ ਲਿਖਿਆ, ਮਾਰ ਨਜਾਵਤ ਖਾਨ ਕੋ ਸੰਗੋ ਚੁਜੈ ਜੁਝਾਰ ਹੈ ਇਹ ਲੋਕੇ ਭਇਓ ਸੁਰਗ ਲੋਕ ਜੈਕਾਰ। ਮਹਾਰਾਜ ਕਹਿੰਦੇ ਭਾਈ ਸਿੱਖਾਂ 'ਚ ਹਾਹਾਕਾਰ ਮਚ ਗਈ ਜਦੋਂ ਸੰਗੋ ਸ਼ਾਹ ਜੀ ਸ਼ਹੀਦ ਹੋਏ। ਸੁਰਗ ਲੋਕ ਵਿੱਚ ਦੇਵੀ ਦੇਵਤਿਆਂ ਨੇ ਜੈ ਜੈਕਾਰ ਦੇ ਟੰਕੇ ਲਗਾਤੇ ਜਦੋਂ ਸੰਗੋ ਸ਼ਾਹ ਜੀ ਸ਼ਹੀਦ ਹੋਏ। ਤੇ ਜਦੋਂ ਸੰਗੋ ਸ਼ਾਹ ਜੀ ਤੋਂ ਛੋਟੇ ਸੀਗੇ ਜੀਤਮਲ, ਇਹ ਬੀਬੀ ਵੀਰੋ ਜੀ ਦੇ ਪੰਜੇ ਪੁੱਤਰ ਹੋਏ ਹੈ, ਮਾਰੀ ਚੰਦ ਜੀ, ਕੰਗ ਰਾਮ ਜੀ। ਇਹ ਜਦੋਂ ਜੀਤਮਲ ਜੀ ਸ਼ਹੀਦ ਹੋਏ ਨਾ, ਛਾਤੀ ਵਿੱਚ ਤੀਰ ਖਾ ਕੇ ਧਰਤੀ ਤੇ ਡਿੱਗੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਲਿਖਤ ਕਹਿੰਦੀ ਹੈ, ਜੀਤਮਲ ਧੰਨ ਹੈ ਤੇਰੀ ਮਾਤਾ ਜਿਹਨੇ ਤੈਨੂੰ ਕੁੱਖ ਤੋਂ ਜਨਮ ਦਿੱਤਾ ਹੈ, ਧੰਨ ਹੈ ਤੇਰਾ ਪਿਤਾ ਜਿਹਦੇ ਸਪਰਸ਼ ਕਰਕੇ ਤੂੰ ਸੰਸਾਰ 'ਚ ਆਇਆ ਤੇ ਐਡੀ ਵੀਰਤਾ ਨਾਲ ਯੁੱਧ ਕਰਦਾ ਹੋਇਆ ਸ਼ਹੀਦ ਹੋਇਆ। ਇਹ ਸੱਚੇ ਪਾਤਸ਼ਾਹ ਨੇ ਆਪ ਖਿਤਾਬ ਦਿੱਤੇ ਗਰੀਬ ਨਵਾਜ ਨੇ। ਤੇ ਫਿਰ ਮਹਾਰਾਜ ਆਪਣੀ ਬਾਣੀ ਵਿੱਚ ਲਿਖਦੇ ਆ ਕਿ ਜਦੋਂ ਸੰਗੋ ਸ਼ਾਹ ਜੀ ਸ਼ਹੀਦ ਹੋ ਗਏ, ਫਿਰ ਅਸੀਂ ਜੰਗ ਦੀ ਯੁੱਧ ਦੀ ਕਮਾਂਡ ਆਪਣੇ ਹੱਥਾਂ ਵਿੱਚ ਲਈ। ਮਹਾਰਾਜ ਫਿਰ ਵੀਰ ਆਸਣ ਛੱਡ ਕੇ ਨਾ ਉਸ ਥੜੇ ਦਾ, ਉਸ ਰੁੱਖ ਦਾ, ਅੱਜ ਵੀ ਉਹ ਰੁੱਖ ਹੈਗਾ, ਮਹਾਰਾਜ ਫਿਰ ਘੋੜੇ ਤੇ ਸਵਾਰ ਹੋਏ। ਤੇ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਬਹੁਤ ਨਿਮਰਤਾ ਦੇ ਸ਼ਬਦ ਲਿਖੇ ਹੈ। ਮਹਾਰਾਜ ਕਹਿੰਦੇ ਇੱਕ ਵਾਰ 'ਚ ਅਸੀਂ 2-2 ਤੀਰ ਚਾੜ ਕੇ ਛੱਡੇ। ਤੇ ਜਿਹਦੇ ਵੀ ਤੀਰ ਵੱਜਦਾ ਸੀ ਉਹ ਪਾਣੀ ਨਹੀਂ ਸੀ ਮੰਗਦਾ, ਵਲ ਖਾ ਕੇ ਧਰਤੀ ਤੇ ਜਾ ਡਿੱਗਦਾ ਸੀ। ਹਰੀ ਚੰਦ ਹਡੂਰੀਏ ਨਾਲ ਮਹਾਰਾਜ ਦਾ ਯੁੱਧ ਹੋਇਆ, ਜਿਸ ਦੇ ਵਿੱਚ ਫਿਰ ਹਰੀ ਚੰਦ ਰਾਜਾ ਮਹਾਰਾਜ ਦੀ ਤੀਰ ਦੀ ਭੇਟ ਚੜ੍ਹਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਕਿ ਰਣੰਗ ਜੀਤ ਆਏ ਜਯੰ ਗੀਤ ਗਾਏ, ਕਿਰਪਾ ਕਾਲ ਕੇਰੀ ਭਈ ਜੀਤ ਮੇਰੀ। ਇਹ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਕਹੇ। ਪੰਗਾਣੀ ਸਾਹਿਬ ਦਾ ਯੁੱਧ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਫਤਿਹ ਕਰਦੇ ਆ, ਜਿਹੜੇ ਸਤਸੰਗੀ ਆ ਰੋਜ਼ ਸੁਣਦੇ ਆ ਭਾਈ, ਰੋਜ਼ ਜਦੋਂ ਤੁਸੀਂ ਸੁਣੋਗੇ ਤੁਹਾਡੀਆਂ ਅੱਖਾਂ ਦੇ ਅੱਗੋਂ ਦੀ ਇਹ ਸੀਨ ਸਾਰੇ ਲੰਘਣਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਇਸ ਜ਼ਿੰਦਗੀ ਦਾ ਸਮਾਂ, ਦਸਮ ਦੀ ਬਾਣੀ ਵੀ ਮਹਾਰਾਜ ਜੀ ਨੇ ਬਹੁਤ ਸਾਰੀ ਉਸ ਸਥਾਨ ਤੇ ਉਚਾਰੀ ਹੈ। ਸ੍ਰੀ ਜਾਪ ਸਾਹਿਬ ਦੀ ਰਚਨਾ ਮਹਾਰਾਜ ਸਾਹਿਬ ਜੀ ਨੇ ਉੱਥੇ ਕੀਤੀ ਹੈ। 52 ਕਵੀ ਸਤਿਗੁਰੂ ਜੀ ਦੇ ਉੱਥੇ ਮਹਾਰਾਜ ਦਰਬਾਰ ਲਾਉਂਦੇ। ਬੇਅੰਤ ਕੌਤਕ ਨੇ ਸੱਚੇ ਪਾਤਸ਼ਾਹ ਦੇ ਉਸ ਧਰਤੀ ਦੇ ਉੱਤੇ। ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਪਾਵਨ ਇਤਿਹਾਸ ਚੱਲ ਰਿਹਾ। ਸਿੰਘਾਂ ਦਾ ਖਿਆਲ ਸੀਗਾ ਕਿ ਯੁੱਧ ਦੀ ਕਥਾ ਸੁਣੀਏ, ਤੇ ਪਰ ਯੁੱਧ ਦੀ ਵਾਰਤਾ ਕਿਵੇਂ ਹੋਈ ਹੈ ਉਹ ਇਤਿਹਾਸ ਦੇ ਵਿੱਚ ਜਿਵੇਂ ਨਾਲ ਆਪਾਂ ਸਰਵਣ ਕਰਦੇ ਹਾਂ, ਫਿਰ ਸਾਨੂੰ ਸੰਪੂਰਨ ਤੌਰ ਤੇ ਜਿਹੜਾ ਹੈ ਉਹ ਪਤਾ ਲੱਗਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਇਹ ਸਮਾਗਮ ਰਚੇ ਹੈ। ਜਦੋਂ ਇਹ ਦਿਹਾੜੇ ਆਉਂਦੇ ਆ, ਵਿਸ਼ੇਸ਼ ਕਰਕੇ ਸਾਧ ਸੰਗਤ ਜੀ, ਜਦੋਂ ਆਪਾਂ ਹਾਜ਼ਰੀਆਂ ਭਰਦੇ ਹਾਂ ਤੇ ਇਸ ਉਤਸ਼ਾਹ ਦੇ ਨਾਲ ਸਾਨੂੰ ਬਹੁਤ ਜੀਵਨ ਦੇ ਜਿਉਣ ਦਾ ਬਲ ਮਿਲਦਾ, ਨਵਾਂ ਇੱਕ ਉਤਸ਼ਾਹ ਪ੍ਰਾਪਤ ਹੁੰਦਾ ਹੈ। ਤੇ ਭਾਵੇਂ ਕਿ ਬੜਾ ਸੰਸਾਰ ਵਿੱਚ ਇਸ ਸਮੇਂ ਜਿਹੜਾ ਸਮਾਂ ਉਹ ਨਾਜ਼ੁਕ ਹੈ, ਜਿਹੜੀ ਮਹਾਮਾਰੀ ਫੈਲ ਰਹੀ ਹੈ ਬਹੁਤ ਜ਼ਿਆਦਾ, ਉਹਦੇ ਵੀ ਯਤਨ ਜਿਹੜੇ ਆ ਉਹ ਥਾਵਾਂ ਤੇ ਹੋਏ ਆ। ਪਰ ਇਹੋ ਜਿਹੇ ਸਮੇਂ ਵਿੱਚ ਵੀ ਜਿਹੜੇ ਸੰਗਤ ਕਰਦੇ ਆ, ਪਿਆਰ ਕਰਦੇ ਆ, ਕਿਉਂਕਿ ਜੀਵਨ ਜਿਹੜਾ ਨਾ, ਜੀਵਨ ਤੋਂ ਪਰਾਂ ਵੀ ਸਤਿਗੁਰੂ ਜੀ ਕਿਰਪਾ ਕਰਦੇ ਆ। ਜਿਨ੍ਹਾਂ ਸਿੱਖਾਂ ਦਾ ਇਹ ਵਿਸ਼ਵਾਸ ਹੈ ਕਿ ਸਰੀਰ ਜਿੰਨਾ ਚਿਰ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਸਾਡਾ ਪਿਆਰ ਨਿਭੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਨੂੰ ਸਿੱਖੀ ਪ੍ਰਦਾਨ ਕਰਨ। ਪ੍ਰੇਮ ਨਾਲ ਭਿੱਜੇ ਹੋਏ ਜਿਹੜੇ ਸੰਗਤ ਵਿੱਚ ਜੁੜੇ ਰਹਿੰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਉੱਤੇ ਰਹਿਮਤ ਵਰਤਾਉਂਦੇ ਆ। ਕੱਲ੍ਹ ਦਾ ਜਿਹੜਾ ਹੈ ਉਹ ਦੀਵਾਨ, ਆਖਰੀ ਦੀਵਾਨ ਹੈ ਇੱਥੋਂ ਦਾ। ਤੇ ਕੱਲ੍ਹ ਨੂੰ ਜਿਹੜੇ ਫਾਈਨਲ ਮੁਕਾਬਲੇ ਹੋਣੇ ਆ, ਤੇ ਉਚੇਚੇ ਤੌਰ ਤੇ ਕੈਲੀਫੋਰਨੀਆ ਤੋਂ ਭਾਈ ਦਿਦਾਰ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਹੋਰ ਭਾਈ ਜਿਹੜੇ ਅਜੇਪਾਲ ਸਿੰਘ ਜੀ, ਫਰੀਮੌਂਟ ਤੋਂ ਸਿੰਘ ਆਏ ਆ ਸਾਰੇ। ਬਹੁਤ ਪਿਆਰ ਹੈ ਸਿੰਘਾਂ ਦਾ ਆਪਸ ਦੇ ਅੰਦਰ। ਤੇ ਇਹ ਜਿਹੜੇ ਸਮਾਗਮ ਹੈ ਤਾਂ ਤਕਰੀਬਨ ਜੇ ਸਾਲ ਵਿੱਚ ਬਹੁਤ ਦੇਰ ਹੋ ਜਾਂਦੀ ਹੈ, ਥਾਵਾਂ ਤੇ ਕੋਈ 6 ਮਹੀਨੇ ਬਾਅਦ, ਕੋਈ 4 ਮਹੀਨੇ ਬਾਅਦ ਇਹੋ ਜਿਹੇ ਸਮਾਗਮ ਬਣਦੇ ਰਹਿਣ
ਤੇ ਸਿੰਘਾਂ ਦਾ ਵੀ ਆਪਸ ਵਿੱਚ ਫਿਰ ਤਾਲਮੇਲ ਪਿਆਰ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਬੱਚੇ ਉਤਸ਼ਾਹਿਤ ਰਹਿੰਦੇ ਆ। ਵੇਖੋ ਹੋਰ ਕਿੰਨੀਆਂ ਖੇਡਾਂ ਜਿਹੜੀਆਂ ਉਹ ਕਈ ਰੂਪ ਧਾਰਨ ਕਰ ਗਈਆਂ, ਬੜੀਆਂ ਫੇਮਸ ਹੋ ਗਈਆਂ, ਪਰ ਸਾਨੂੰ ਵੀ ਜਿਹੜਾ ਹੈ ਨਾ ਉਹ ਆਪਣੇ ਤੌਰ ਤੇ ਥੋੜਾ ਯੋਗਦਾਨ ਪਾਉਣਾ ਚਾਹੀਦਾ। ਜੇ ਕਰਕੇ ਆਪਾਂ ਇਹੀ ਸੋਚਦੇ ਹਾਂ ਕਿ ਵੇਖੋ ਇਹ ਕੋਈ ਇੰਨਾ ਇੰਟਰਸਟਿਡ ਨਹੀਂ ਹੁੰਦਾ, ਪਰ ਜਦੋਂ ਤੁਸੀਂ ਵੇਖਣ ਲੱਗ ਜਾਂਦੇ ਆ, ਜੋ ਕੋਈ ਆਪ ਧਿਆਨ ਦਿੰਦੇ ਆ, ਫਿਰ ਤੁਹਾਨੂੰ ਇੰਟਰਸਟ ਵੀ ਜਿਹੜਾ ਬਣ ਜਾਂਦਾ ਹੈ। ਪਰ ਕੀ ਹੈ ਕਿ ਜਿਹੜੀਆਂ ਗੇਮਾਂ ਨੇ ਉਹ ਕਿੰਨੀਆਂ ਫੇਮਸ ਹੋ ਜਾਂਦੀਆਂ, ਉਹਨਾਂ ਪਿੱਛੇ ਪੈਸਾ ਲਾਇਆ ਜਾਂਦਾ, ਉਹਨਾਂ ਪਿੱਛੇ ਬਹੁਤ ਕੁਝ ਹੋਰ ਵੀ ਹੁੰਦਾ। ਤੇ ਜੇ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰੋਗੇ, ਵੇਖੋ ਅੱਜ ਜੇ ਖੇਡ ਦੇ ਬਹਾਨੇ ਹੀ ਸਿੱਖੀ ਵਿੱਚ ਆ ਗਏ ਨਾ, ਤੇ ਫਿਰ 15-16 ਸਾਲ ਦੀ ਉਮਰ ਤੋਂ ਜਦੋਂ ਲੰਘ ਗਏ 20 ਸਾਲ ਦੀ ਉਮਰ ਤੱਕ ਜਾਂਦੇ ਆ, ਸਮਝ ਲਓ ਬੱਚਾ ਵਕਾਰਾਂ ਤੋਂ ਬਚ ਗਿਆ ਤੇ ਆਪਣੀ ਜ਼ਿੰਦਗੀ ਦਾ ਉਹ ਪੜਾਅ ਲੰਘ ਜਾਂਦਾ। ਤੇ ਛੋਟੇ ਸੀਗੇ ਜਿਹੜੇ ਅੱਜ ਉਹ ਜਵਾਨ ਹੋ ਕਰਕੇ ਵੇਖੋ ਕਿਸ ਤਰ੍ਹਾਂ ਸੋਹਣੇ ਕਾਰਜ ਜਿਹੜੇ ਉਹ ਕਰ ਰਹੇ ਆ। ਸਤਿਗੁਰੂ ਜੀ ਮਿਹਰ ਕਰਦੇ ਆ, ਜੇ ਇਸੇ ਹੀ ਬਹਾਨੇ ਔਗਣਾਂ ਤੋਂ, ਪਾਪਾਂ ਤੋਂ, ਵਕਾਰਾਂ ਤੋਂ ਬਚ ਜਾਵੇ ਤਾਂ ਕਿੰਨਾ ਚੰਗਾ ਹੈ। ਮਹਾਰਾਜ ਸਾਹਿਬ ਜੀ ਸਿੱਖੀ ਪ੍ਰਦਾਨ ਕਰਦੇ ਆ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ, ਸਮਾਂ ਥੋੜਾ ਜਿਹਾ ਵੱਧ ਲੱਗ ਗਿਆ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਬਖਸ਼ਣ। ਕੱਲ ਨੂੰ ਆਪਾਂ ਦਰਸ਼ਨ ਕਰਾਂਗੇ ਆਪ ਸੰਗਤਾਂ ਦੇ। ਸਤਿਗੁਰੂ ਜੀ ਰਹਿਮਤ ਕਰਨ। 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਸੀਗਰ ਚੜਾਏ ਨਿਕਾਸੇ ਬਾਹਰ, ਚਲੇ ਤਰਾਸ ਜਿਮ ਪਿਖ ਮ੍ਰਿਗ ਨਾਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।